तो आज के बर्थडे पे गुरुजी के सत्संग शेयर करने के लिए इनवाइट करते हैं पुनीत चहल आंटी को। पुनीत आंटी प्लीज आए और सत्संग शेयर करें। जय गुरु जी महाराज, जय गुरु जी संगत जी। ਆਪਾਂ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਬਰਥਡੇ ਦੀਆਂ ਬਹੁਤ 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 ਵਧਾਈਆਂ। Such a special day ਗੁਰੂ ਜੀ chose। ਰੱਬ ਨੇ ਖੁਦ ਇਨਸਾਨੀ ਜਾਮਾ ਪਾ ਕੇ ਇਹ ਦਿਨ ਚੂਜ਼ ਕੀਤਾ ਧਰਤੀ ਤੇ ਆਉਣ ਦਾ। ਮਹਾਰਾਜ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ, ਲੱਖ ਲੱਖ ਸ਼ੁਕਰਾਨਾ। That's the only word we know ਗੁਰੂ ਜੀ। ਸਿਰਫ ਸ਼ੁਕਰਾਨਾ ਹੀ ਕਹਿ ਸਕਦੇ ਹਾਂ। ਤੁਸੀਂ ਆਏ ਸਾਨੂੰ ਕਲਯੁਗੀ ਜੀਵਾਂ ਨੂੰ ਧਾਰਨ ਵਾਸਤੇ। ਥੈਂਕ ਯੂ। ਸ਼ੁਕਰਾਨਾ ਬੜੇ ਮੰਦਿਰ ਮੈਨੇਜਮੈਂਟ ਵੱਲੋਂ ਮੈਨੂੰ ਇਹ ਮੌਕਾ ਦੇਣ ਦਾ, ਗੁਰੂ ਜੀ ਵੱਲੋਂ ਕਿ ਤੁਸੀਂ ਮੈਨੂੰ ਚੂਜ਼ ਕੀਤਾ ਗੁਰੂ ਜੀ ਆਪਣੇ ਬਰਥਡੇ ਤੇ। ਤੁਹਾਨੂੰ ਮੈਂ ਤੁਹਾਡੀਆਂ ਹੀ ਦਿੱਤੀਆਂ ਬਲੇਸਿੰਗਸ ਤੁਹਾਡੇ ਚਰਨਾਂ 'ਚ ਭੇਟ ਕਰ ਸਕਾਂ। ਬਹੁਤ ਬਹੁਤ ਸ਼ੁਕਰਾਨਾ ਹੈ ਗੁਰੂ ਜੀ। ਮੈਂ ਤਾਂ ਆਪਣੇ ਆਪ ਨੂੰ ਬਿਲਕੁਲ ਇਸ ਜੋਗੀ ਨਹੀਂ ਸਮਝਦੀ। ਸੰਗਤ ਜੀ, I will share my journey and my family's journey with Guru Ji Maharaj in this janam, ਜਿੰਨੀ ਮੈਨੂੰ ਪਤਾ ਹੈ, ਜਿੰਨੀ ਮੈਨੂੰ ਸਮਝ ਹੈ। ਕੁਛ ਵੀ ਉੱਚਾ ਨੀਵਾਂ ਸੰਗਤ ਜੀ ਬੋਲਿਆ ਜਾਵੇ, ਪਲੀਜ਼ ਮਾਫ ਕਰ ਦੇਣਾ ਇਨਸਾਨ ਸਮਝ ਕੇ। ਗੁਰੂ ਜੀ ਦੀ ਸ਼ਾਨ 'ਚ ਮੈਂ ਕੁਛ ਗਲਤ ਬੋਲ ਹੀ ਨਹੀਂ ਸਕਦੀ, ਪਰ ਜੇ ਕਿਸੇ ਨੂੰ ਕੋਈ ਚੀਜ਼ ਗਲਤ ਲੱਗੇ ਪਲੀਜ਼ ਪਹਿਲਾਂ ਹੀ ਮਾਫੀ ਦੀ ਜਾਚਕ ਹਾਂ। ਸੰਗਤ ਜੀ, ਇਸ ਜਨਮ 'ਚ ਗੁਰੂ ਜੀ ਨਾਲ ਮੇਰੀ ਫੈਮਿਲੀ ਦਾ ਲਿੰਕ ਸ਼ੁਰੂ ਹੋਇਆ 1976-77 'ਚ। ਗੁਰੂ ਜੀ ਉਦੋਂ ਮਲੇਰਕੋਟਲੇ ਗਵਰਨਮੈਂਟ ਕਾਲਜ 'ਚ ਪੜ੍ਹਦੇ ਹੁੰਦੇ ਸੀ। ਮੇਰੇ ਵੱਡੇ ਭੂਆ ਜੀ ਤੇ ਵੱਡੇ ਫੁੱਫੜ ਜੀ ਮਲੇਰਕੋਟਲੇ ਰਹਿੰਦੇ ਸੀ ਤੇ ਵੱਡੇ ਫੁੱਫੜ ਜੀ ਗਵਰਨਮੈਂਟ ਕਾਲਜ 'ਚ ਪ੍ਰੋਫੈਸਰ ਸੀਗੇ ਜਿੱਥੇ ਗੁਰੂ ਜੀ ਪੜ੍ਹਦੇ ਸੀ। ਹਾਲਾਂਕਿ ਉਹਨਾਂ ਦੀ ਕਲਾਸ 'ਚ ਨਹੀਂ ਸੀਗੇ ਗੁਰੂ ਜੀ, ਪਰ ਗੁਰੂ ਜੀ ਉਚੇਚਾ ਜਾ ਕੇ ਉਹਨਾਂ ਨਾਲ ਗੱਲਾਂ ਕਰਦੇ ਸੀ ਤੇ ਖੁਦ ਉਹਨਾਂ ਨੂੰ ਕਹਿੰਦੇ ਸੀਗੇ ਕਿ ਪ੍ਰੋਫੈਸਰ ਸਾਹਿਬ ਮੈਂ ਤੁਹਾਡੇ ਘਰੇ ਆਰਾਮ ਕਰਨ ਆ ਜਾਇਆ ਕਰਾਂ। ਕਿਉਂਕਿ ਗੁਰੂ ਜੀ ਡੁਗਰੀ ਪਿੰਡ ਸ਼ਾਇਦ ਅੱਧਾ ਘੰਟਾ ਪੈਂਦਾ ਹੈ ਫਰੋਮ ਮਲੇਰਕੋਟਲਾ। ਭੂਆ ਜੀ ਐਂਡ ਫੁੱਫੜ ਜੀ ਆਰ ਵੈਰੀ ਵੈਲਕਮਿੰਗ ਇਨ ਨੇਚਰ ਤੇ ਗੁਰੂ ਜੀ ਫਿਰ ਉੱਥੇ ਆਰਾਮ ਕਰਨ ਜਾਂਦੇ ਸੀ। ਉਹਨਾਂ ਦੇ ਇੱਕ ਚੁਬਾਰਾ ਹੁੰਦਾ ਸੀ, ਪਤਾ ਨਹੀਂ ਗੁਰੂ ਜੀ ਆਰਾਮ ਕਰਦੇ ਸੀ ਕੀ ਕਰਦੇ ਸੀ, ਪਰ ਉਹ ਦੁਪਹਿਰ 2-3-4 ਘੰਟੇ ਉਹ ਆਪਣੇ ਉੱਪਰ ਰੂਮ 'ਚ ਹੁੰਦੇ ਸੀ ਤੇ ਕਦੇ ਉਹਨਾਂ ਨੇ ਭੂਆ ਜੀ ਤੋਂ ਕਦੇ ਕਹਿਣਾ ਕਿ ਮੈਨੂੰ ਚਾਹ ਬਣਾ ਦਿਓ ਭੈਣ ਜੀ, ਤਾਂ ਉਹਨਾਂ ਨੇ ਬਣਾ ਦੇਣੀ। ਅਦਰਵਾਈਜ਼ ਨਹੀਂ ਤਾਂ ਉਹ ਆਉਂਦੇ ਸੀ, ਉੱਥੇ ਆਰਾਮ ਕਰਦੇ ਸੀ ਤੇ ਚਲੇ ਜਾਂਦੇ ਸੀ। ਕੁਛ ਨਹੀਂ ਸੀ ਪਤਾ ਕਿ ਇਹ ਕਿਹੜੀਆਂ ਸ਼ਕਤੀਆਂ ਦੇ ਮਾਲਕ ਨੇ। ਇਹ ਖੁਦ ਰੱਬ ਆਇਆ ਹੈ ਤਾਂ ਖੈਰ ਬਹੁਤ ਦੇਰ ਬਾਅਦ ਪਤਾ ਚੱਲਿਆ, ਪਰ ਕੁਛ ਵੀ ਨਹੀਂ ਸੀ ਪਤਾ। To them he was just a student who needed some help ਕਿ afternoon he needed to rest। ਇੱਕ ਦਿਨ ਉਹਨਾਂ ਦਾ ਇੱਕ ਬੇਟਾ ਮੇਰਾ ਕਜ਼ਨ ਵੱਡੇ ਭੂਆ ਜੀ ਦਾ, he was 3.5 years old ਉਦੋਂ, ਤੇ ਉਹਨਾਂ ਦੇ ਸਕਿਨ ਤੇ ਬੋਇਲਸ ਹੋ ਜਾਂਦੇ ਸੀਗੇ ਹੱਥਾਂ ਤੇ, ਔਰ ਇੰਨੇ ਗੰਦੇ ਬੋਇਲਸ ਹੁੰਦੇ ਸੀਗੇ ਕਿ they would start oozing with pus। ਉਹਨਾਂ ਨੇ ਬਹੁਤ ਥਾਵਾਂ ਤੋਂ ਉਹਨਾਂ ਦਾ ਇਲਾਜ ਕਰਾਇਆ ਸੀ, ਹੋਮਿਓਪੈਥੀ, ਐਲੋਪੈਥੀ, ਪਰ ਉਹ ਉਹਨਾਂ ਦੇ ਮੇਰੇ ਕਜ਼ਨ ਤੇ ਉਹ ਬਿਲਕੁਲ ਠੀਕ ਨਹੀਂ ਸੀ ਹੁੰਦੇ, ਮਤਲਬ ਕੰਮ ਵੀ ਨਹੀਂ ਸੀ ਹੁੰਦੇ। ਇਟ ਵਾਸ ਪੇਨਫੁਲ ਫॉर ਹਿਮ। ਤੇ ਇੱਕ ਦਿਨ ਗੁਰੂ ਜੀ ਆਈ ਉੱਪਰੋਂ ਚੁਬਾਰੇ ਤੋਂ ਨੀਚੇ ਆ ਰਹੇ ਸੀ ਤੇ ਮੇਰਾ ਕਜ਼ਨ ਉੱਥੇ ਸੀ ਤੇ ਭੂਆ ਜੀ ਸੀਗੇ ਤੇ ਉਹਨਾਂ ਨੇ ਆਪ ਪੁੱਛਿਆ ਕੀ ਹੋਇਆ ਬੇਟੇ ਨੂੰ, ਤਾਂ ਭੂਆ ਜੀ ਨੇ ਹੱਥ ਦਿਖਾਇਆ ਕਿ ਵੀ ਐ ਫੋੜੇ ਹੋ ਜਾਂਦੇ ਨੇ। ਤਾਂ ਗੁਰੂ ਜੀ ਨੇ ਪਾਣੀ ਮੰਗਵਾਇਆ ਤੇ ਪਾਣੀ ਦੇ ਛਿੱਟੇ ਉਹਨਾਂ ਦੇ ਮੇਰੇ ਕਜ਼ਨ ਦੇ ਹੱਥ ਤੇ ਪਾਏ ਗੁਰੂ ਜੀ ਨੇ। ਸੰਗਤ ਜੀ, ਮੇਰੇ ਕਜ਼ਨ ਨੂੰ ਉਸ ਦਿਨ ਤੋਂ ਬਾਅਦ ਉਹ ਪ੍ਰੋਬਲਮ ਕਦੇ ਨਹੀਂ ਹੋਈ। those boils just vanished in next 2-3 days and they never came back। ਬੜੀ ਅਚੰਭੇ ਵਾਲੀ ਗੱਲ ਹੈ। ਆਪਾਂ ਹੁਣ ਯਾਦ ਕਰਦੇ ਹਾਂ ਤਾਂ ਐਂ ਲੱਗਦਾ ਕਿ ਵੀ ਸਮਝ ਲੈਣਾ ਚਾਹੀਦਾ ਸੀਗਾ ਵੀ ਕੁਝ ਕੋਈ ਕਰਨੀ ਵਾਲੇ ਨੇ, ਪਰ ਗੁਰੂ ਜੀ ਨੇ ਅਕਲ ਤੇ ਬਹੁਤ ਪਰਦਾ ਪਾਇਆ ਸੀ, ਨਹੀਂ ਸਮਝ ਆਈ ਉਦੋਂ।
ਉਸ ਤੋਂ ਬਾਅਦ ਗੁਰੂ ਜੀ ਗ੍ਰੈਜੂਏਟਡ ਫਰੋਮ देयर, ਫਿਰ ਚਲੇ ਗਏ ਉਥੋਂ। ਨਾ ਹੀ ਭੂਆ ਜੀ ਉਹਨਾਂ ਨੇ ਉਹਨਾਂ ਨੂੰ ਕਦੇ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਹਾਂ ਵੈਰੀ ਫੌਂਡਲੀ ਉਹਨਾਂ ਨੂੰ ਯਾਦ ਕਰਦੇ ਸੀ ਕਿ ਹਾਂ ਉਹਨਾਂ ਨੇ ਨੋਨੀ ਵੀਰ ਨੂੰ ਆਏ ਠੀਕ ਕੀਤਾ ਸੀ। ਪਰ ਕਦੇ ਸੋਚਿਆ ਨਹੀਂ ਸੀਗਾ ਕਿ ਉਸ ਤੋਂ ਬਾਅਦ ਵੀ ਜਰਨੀ ਗੁਰੂ ਜੀ ਨਾਲ ਐ ਕੰਟੀਨਿਊ ਹੋਣੀ ਹੈ। ਉਦੋਂ ਆਏ ਸੀਗਾ ਕਿ ਹਾਂ ਨਿਰਮਲ ਸਿੰਘ ਨਾਮ ਦਾ ਇੱਕ ਸਟੂਡੈਂਟ ਸੀ, ਉਹਨੇ ਗੁਰੂ ਜੀ ਆਪਣੇ ਨੋਨੀ ਵੀਰ ਨੂੰ ਐ ਠੀਕ ਕਰਤਾ। ਖੈਰ ਭੂਆ ਜੀ ਫੁੱਫੜ ਜੀ ਉਸ ਤੋਂ ਬਾਅਦ, ਅਸੀਂ ਪਟਿਆਲੇ ਦੇ ਰਹਿਣ ਵਾਲੇ ਹਾਂ, ਤੇ ਉਸ ਤੋਂ ਬਾਅਦ ਭੂਆ ਜੀ ਫੁੱਫੜ ਜੀ ਵੀ ਪਟਿਆਲੇ ਮੂਵ ਹੋ ਗਏ। ਸੰਗਤ ਜੀ ਉਸ ਤੋਂ ਬਾਅਦ ਇਨ ਦਾ ਈਅਰ 1995, ਜੁਲਾਈ ਆਫ 1995, ਅਚਾਨਕ ਸਾਡੇ ਘਰੇ, ਤੁਸੀਂ ਸਾਰੇ ਉਸ ਸੰਗਤ ਨੂੰ ਜਾਣਦੇ ਹੋਵੋਗੇ, ਪੁਰਾਣੀ ਸੰਗਤ ਹੈ ਗੁਰੂ ਜੀ ਦੀ, ਸੁਖਦੇਵ ਆਂਟੀ, SP ਆਂਟੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਗੁਰੂ ਜੀ। ਉਹ ਮੇਰੇ ਭੂਆ ਜੀ ਦੇ ਫਰੈਂਡ ਨੇ, ਛੋਟੇ ਭੂਆ ਜੀ ਦੇ। ਉਹ ਅਚਾਨਕ ਘਰੇ ਆਏ ਤੇ ਕੋਈ ਕਾਰਪੈਟਸ ਦੀਆਂ ਗੱਲਾਂ ਚੱਲ ਪਈਆਂ, ਤੇ ਆਂਟੀ ਨੇ ਕਿਹਾ ਕਿ ਹੋਲੀ ਕਾਲੀਨ ਤਾਂ ਗੁਰੂ ਜੀ ਦੇ ਵਿਚਦੇ ਨੇ, ਇੰਨੀਆਂ ਖੁਸ਼ਬੂਆਂ, ਲਾਲ ਲਾਲ ਕਾਲੀਨ ਵਿਛਿਆ ਹੁੰਦਾ ਹੈ ਤੇ ਐ ਖੁਸ਼ਬੂਆਂ ਮਾਰਦੀਆਂ ਨੇ। ਤੇ ਭੂਆ ਜੀ ਨੇ ਇੱਕਦਮ ਪੁੱਛਿਆ, ਤੂੰ ਕਿਹੜੇ ਗੁਰੂ ਜੀ ਦੀ ਗੱਲ ਕਰ ਰਹੀ ਹੈ ਸੁਖਦੇਵ? ਤਾਂ ਉਹਨਾਂ ਨੇ ਕਿਹਾ ਕਿ ਐ ਜਲੰਧਰ ਇੱਕ ਗੁਰੂ ਜੀ ਹੈਗੇ ਨੇ, ਤੇ ਉਹ ਬੜੀ ਕਰਨੀ ਵਾਲੇ ਨੇ, ਬੜੀਆਂ ਇਲਾਜ ਕਰਦੇ ਨੇ, ਬੜੀ ਸਿਹਤ ਠੀਕ ਹੁੰਦੀ ਹੈ, ਮੈਂ ਵੀ ਠੀਕ ਹੋਈ ਹਾਂ ਉੱਥੇ ਜਾ ਕੇ। ਤੇ ਮੇਰੇ ਵੱਡੇ ਭੂਆ ਜੀ ਵੀ ਉੱਥੇ ਹੀ ਅਚਾਨਕ ਕੁਛ ਨਹੀਂ ਹੁੰਦਾ ਸੰਗਤ ਜੀ, there are no coincidences। ਉਹ ਵਕਤ ਸਮਾਂ ਗੁਰੂ ਜੀ ਡਿਸਾਈਡ ਕਰਦੇ ਨੇ ਵੀ ਕਦੋਂ ਕਿਸ ਦੇ ਕੰਨ ਵਿੱਚ ਕਿਹੜੀਆਂ ਗੱਲਾਂ ਪੈਣੀਆਂ ਨੇ, ਤੇ ਖਿੱਚ ਕੇ ਕਿਵੇਂ ਉਹਨਾਂ ਨੇ ਆਪਣੇ ਕੋਲ ਬੁਲਾ ਲੈਣਾ। ਤੇ ਮੇਰੇ ਵੱਡੇ ਭੂਆ ਜੀ ਨੂੰ ਉਸ ਟਾਈਮ ਬਹੁਤ ਹੀ ਸਿਵੀਅਰ ਹੈਲਥ ਪ੍ਰੋਬਲਮਸ ਚੱਲ ਰਹੀਆਂ ਸੀ। she was not diagnosed with anything, ਪਰ ਉਹਨਾਂ ਦੀ ਸਿਹਤ ਦਿਨੋਂ ਦਿਨ ਡਿਟੀਰੀਓਰੇਟ ਹੋ ਰਹੀ ਸੀ। ਲੇਟਰ ਵੀ ਫਾਊਂਡ ਆਊਟ ਕਿ ਉਹਨਾਂ ਨੂੰ ਸਕਿਨ ਕੈਂਸਰ ਸੀ, ਪਰ ਨਾ ਉਹਨਾਂ ਦਾ weight ਵੱਧਦਾ ਸੀ, ਨਾ ਉਹਨਾਂ ਨੂੰ ਕੋਈ ਖਾਣਾ ਲੱਗਦਾ ਸੀ, ਤੇ ਨਾ ਹੀ ਉਹਨਾਂ ਤੋਂ ਕੁਝ ਖਾਣਾ ਬਹੁਤਾ ਖਾਇਆ ਜਾਂਦਾ ਸੀ। ਐਂਡ ਸ਼ੀ ਵਾਸ ਵੈਰੀ ਯੰਗ ਐਟ ਦੈਟ ਟਾਈਮ। ਤੇ ਅੰਨਾ ਕੀ ਭਾਲੇ ਕਹਿੰਦੇ ਦੋ ਅੱਖੀਆਂ, ਉਹਨਾਂ ਨੂੰ ਲੱਗਿਆ ਕਿ ਵੀ ਸ਼ਾਇਦ ਮੈਂ ਸ਼ਾਇਦ ਬੈਟਰ ਫੀਲ ਕਰਾਂ ਉੱਥੇ ਜਾ ਕੇ। ਤਾਂ ਸੁਖਦੇਵ ਆਂਟੀ ਦੇ ਨਾਲ ਕਹਿੰਦੇ, ਸੁਖਦੇਵ ਮੈਨੂੰ ਲੈ ਕੇ ਚੱਲੀ। ਸੋ ਜੁਲਾਈ ਆਫ 1995 ਭੂਆ ਜੀ, ਫੁੱਫੜ ਜੀ, ਛੋਟੇ ਭੂਆ ਜੀ, ਮੇਰੇ ਮਮ ਨਾਲ ਮੈਂ ਵੀ ਗਈ ਸੰਗਤ ਜੀ। ਗੁਰੂ ਜੀ ਨੇ ਜਦੋਂ ਜਲੰਧਰ ਮੰਦਿਰ ਚ ਪਹੁੰਚੇ, ਉੱਥੇ ਗੁਰੂ ਜੀ ਨੇ ਆਏ ਵੈਲਕਮ ਕੀਤਾ ਸੰਗਤ ਜੀ, ਜਿਵੇਂ ਬੜੇ ਵਿਛੜੇ ਮਿਲੇ ਹੁੰਦੇ ਨੇ। ਇੰਨਾ ਪਿਆਰ ਕਿ ਜਿਵੇਂ ਗੁਰੂ ਜੀ ਜਿਵੇਂ ਉਡੀਕ ਰਹੇ ਸੀ ਗੁਰੂ ਜੀ ਇਸ ਟਾਈਮ ਨੂੰ ਕਿ ਸਾਰੇ ਦੁਬਾਰਾ ਮਿਲਣਗੇ। ਤੇ ਉੱਥੇ ਜਾ ਕੇ ਭੂਆ ਜੀ ਨੇ ਆਬਵੀਅਸਲੀ ਪਛਾਣ ਲਿਆ ਕਿ ਇਹ ਤਾਂ ਉਹ ਨੇ, ਪਰ ਚਰਨਾਂ ਚ ਡਿੱਗ ਪਏ। ਬਹੁਤ ਵਿਰਾਗ ਆਇਆ ਸਾਰੇ ਪਰਿਵਾਰ ਨੂੰ। ਸੰਗਤ ਜੀ ਉਸ ਦਿਨ ਹੀ ਗੁਰੂ ਜੀ ਨੇ ਨਾ ਰਿਸ਼ਤੇ ਬਣਾ ਲਏ, ਜਿਵੇਂ ਆਪਾਂ ਨੂੰ ਰਿਸ਼ਤਿਆਂ ਦਾ ਆਪਾਂ ਦੁਨੀਆ ਚ ਰਹਿੰਦੇ ਹਾਂ, ਨਾਮ ਦਿੰਦੇ ਹਾਂ ਰਿਸ਼ਤਿਆਂ ਨੂੰ, ਤਾਂ ਸ਼ਾਇਦ ਗੁਰੂ ਜੀ ਨੇ ਸਾਡੇ ਲੈਵਲ ਤੇ ਆ ਕੇ ਮਿਹਰਬਾਨੀ ਕੀਤੀ। ਵੱਡੇ ਭੂਆ ਜੀ ਨੂੰ ਗੁਰੂ ਜੀ ਭੈਣ ਜੀ ਕਹਿ ਕੇ ਐਡਰੈਸ ਕਰਨ ਲੱਗ ਪਏ। ਮੇਰੇ ਛੋਟੇ ਭੂਆ ਜੀ ਨੂੰ ਮਾਸੀ ਕਹਿਣ ਲੱਗ ਪਏ। ਮੇਰੇ ਮਾਮਾ ਨੂੰ ਮਾਮੀ ਜੀ ਕਹਿੰਦੇ ਸੀ। ਤੇ ਮੈਂ ਤਾਂ ਬਹੁਤ ਛੋਟੀ ਸੀ ਉਦੋਂ, I was 18 years old। ਤੇ ਮੈਂ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਇਸ ਚੀਜ਼ ਦੇ ਕਿ ਗੁਰੂ ਜੀ ਮੈਨੂੰ ਡਾਕਟਰ ਸਾਹਿਬ ਕਹਿ ਕੇ ਬੁਲਾਉਂਦੇ ਸੀ। ਮੈਨੂੰ ਗੁਰੂ ਜੀ ਨੇ ਮੇਰਾ ਨਾਮ ਕਦੇ ਵੀ ਨਹੀਂ ਲਿਆ, ਮੈਨੂੰ ਉਹਨਾਂ ਨੇ ਆਲਵੇਜ਼ ਡਾਕਟਰ ਸਾਹਿਬ ਕਹਿ ਕੇ ਐਡਰੈਸ ਕੀਤਾ। ਔਰ ਉਦੋਂ ਮੈਂ 17-18 ਸਾਲ ਦੇ ਬੱਚੇ ਨੂੰ ਸ਼ਰਮ ਹੀ ਆ ਜਾਂਦੀ ਹੈ ਕਿ ਮੈਂ ਕੀ ਕਹਿ ਰਹੇ ਨੇ ਗੁਰੂ ਜੀ। ਪਰ ਉਸ ਤੋਂ ਬਾਅਦ ਸੰਗਤ ਜੀ ਫੈਮਿਲੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜਦੋਂ ਵੀ ਮੋਸਟਲੀ ਸੰਡੇਜ਼ ਟਾਈਮ ਮਿਲਦਾ ਸੀ, ਹਰ ਸੰਡੇ ਹੀ ਹੁੰਦਾ ਸੀ ਵੈਸੇ, ਕਿ ਅਸੀਂ ਪਟਿਆਲੇ ਤੋਂ ਜਲੰਧਰ ਆਉਣ ਜਾਣ ਦਾ ਸਿਲਸਿਲਾ ਗੁਰੂ ਜੀ ਨੇ ਸ਼ੁਰੂ ਕਰਤਾ। ਔਰ ਐਂ ਲੱਗਦਾ ਸੀ ਜਿਵੇਂ ਨਾ ਬੜੇ ਚਾਅ ਨਾਲ ਪਤਾ ਨਹੀਂ ਕਿਹੜੇ ਫੰਕਸ਼ਨ ਤੇ ਚੱਲਿਆ, ਤਿਆਰ ਹੋ ਕੇ ਜਾਣਾ ਸਾਰਾ ਦਿਨ। ਇੰਨੀ ਲੇਟ ਤੱਕ ਗੁਰੂ ਜੀ ਬਿਠਾ ਕੇ ਰੱਖਦੇ ਸੀ। ਬਹੁਤ ਇੰਨੀਆਂ ਕਦੇ ਛੋਟੀਆਂ-ਛੋਟੀਆਂ ਗੱਲਾਂ ਕਰਨੀਆਂ, ਬਹੁਤ ਐ ਜਿਵੇਂ ਰੂਹ, ਜਿਵੇਂ ਬਸ ਆਤਮਾ ਪਰਮਾਤਮਾ ਨੂੰ ਮਿਲ ਰਹੀ ਸੀ, ਇੰਨੀ ਖੁਸ਼ੀ ਹੁੰਦੀ ਸੀ।
मैं अपने भूआ जी का ही कंटिन्यू करदी हाँ, वड्डे भूआ जी का, कि भूआ जी की सेहत राइट वे इंप्रूव होनी शुरू हो गई संगत जी, विदाउट टेलिंग गुरु जी एनीथिंग, क्योंकि उत्थे जाके कुछ दसिया ही नहीं। ते गुरु जी ने एक दिन आप ही क्या, आई विद इन 1 or 2 वीक्स गुरु जी ने कहा कि भैन जी अज जाके ना अपना वेट चेक करो, थोड़ा इन्ना वेट होना। और संगत जी उन्ना ही वेट अगले हफ्ते फिर क्या, अज जाके थोड़ा इन्ना वधिया होना, भैन जी जाके चेक करियो। संगत जी जिन्ना वो दसदे सी उन्ना ही वेट हुंदा सी। बस कोई बर्थडे, घर च बर्थडे होना, कोई एनिवर्सरी होनी, कोई दुख सुख का टाइम, कोई बुखार सिर दुख दा, कुछ भी बस गुरु जी का ही नाम लैके ना, कोई दवाई भी खानी तो गुरु जी का नाम लैके खान लग पे सी। और ये ओवर अ पीरियड ऑफ टाइम नहीं हुआ, इट हैपेंड इमीडिएटली कि मिले गुरु जी ते इन्ना प्यार हो गया। फिर गुरु महाराज ने बहुत मेहर की थी। गुरु जी 31 दिसंबर ऑफ 95 गुरु जी ने न्यू ईयर ईव ਟਿਵਾਣਾ ਅੰਕਲ ਸੀਗੇ, ਹਰਪਾਲ ਟਿਵਾਣਾ ਅੰਕਲ, ਉਹਨਾਂ ਦੇ ਘਰ ਮਨਾਉਣੀ ਸੀ ਪਟਿਆਲੇ। ਤੇ ਗੁਰੂ ਜੀ ਨੇ ਆਪੇ ਕਿਹਾ ਕਿ ਚੈਲ ਸਾਹਿਬ ਮੈਂ ਆਉਂਗਾ ਆਪਣੇ ਇੱਧਰ ਆਪਣੇ ਘਰੇ ਪਟਿਆਲੇ। ਸੰਗਤ ਜੀ ਚਾਹ ਨਾ ਚੱਕਿਆ ਜਾਵੇ ਵੀ ਗੁਰੂ ਜੀ ਆਉਣਗੇ। ਅੱਛਾ, ਗੁਰੂ ਸਾਰੀ ਸੰਗਤ ਲੈ ਕੇ ਆਏ। ਗੁਰੂ ਜੀ ਨੇ ਪਿੰਕ ਚੋਲਾ ਪਾਇਆ ਸੀ, ਮਜੈਂਟਾ ਪਿੰਕ, ਇੰਨੇ ਸੋਹਣੇ ਗੁਰੂ ਜੀ ਲੱਗ ਰਹੇ ਸੀ। ਔਰ ਘਰ ਚ ਗੁਰੂ ਜੀ ਆਏ ਉਹਨਾਂ ਦਾ ਗੁਰੂ ਜੀ ਦੀ ਜਿਵੇਂ ਆਪਾਂ ਕੋਈ ਤੁਹਾਡਾ ਹਾਈਲੀ ਰਿਸਪੈਕਟਡ ਮੋਸਟ ਪ੍ਰੈਸ਼ੀਅਸ ਚੀਜ਼ ਤੁਹਾਡੀ ਕੋਈ ਘਰੇ ਆ ਰਹੀ ਹੈ, ਉਹਨਾਂ ਦਾ ਆਸਨ ਲਾਇਆ। ਪਰ ਗੁਰੂ ਜੀ sat there for a few minutes, ਗੁਰੂ ਜੀ ਸਾਰੇ ਘਰ ਚ ਘੁੰਮਦੇ ਰਹੇ। he went to each and every room ਜਿਵੇਂ ਉਹਨਾਂ ਦਾ ਆਪਣਾ ਘਰ ਹੁੰਦਾ। ਬਹੁਤ ਬਹੁਤ ਅੱਛਾ ਲੱਗਿਆ ਸੀ। ਮੇਰੇ ਛੋਟੇ ਭੂਆ ਜੀ ਦਾ ਘਰ ਵੀ ਨਾਲ ਹੀ ਹੈ, ਗੁਰੂ ਜੀ ਉਹਨਾਂ ਦੇ ਘਰ ਵੀ ਜਾ ਕੇ ਆਏ। ਤੇ ਬੜੀਆਂ ਛੋਟੀਆਂ ਛੋਟੀਆਂ ਜਿਹੜੀਆਂ ਬਹੁਤ ਪਰਸਨਲ ਗੱਲਾਂ ਸੀ ਨਾ, ਗੁਰੂ ਜੀ ਕਈ ਵਾਰੀ ਇਹ ਮੂੰਹ ਤੇ ਕਰ ਦਿੰਦੇ ਸੀਗੇ। ਮੈਨੂੰ ਯਾਦ ਹੈ ਕਿ ਮੇਰੇ ਭੂਆ ਜੀ ਦਾ ਇੱਕ ਡਰੈਸਿੰਗ ਰੂਮ ਹੈ ਤੇ ਉਹਨਾਂ ਦੇ ਬੈਡਰੂਮ ਦੇ ਨਾਲ, ਤੇ ਗੁਰੂ ਜੀ ਉੱਥੇ ਖੜੇ ਤੇ ਕਹਿੰਦੇ ਮਾਸੀ ਤੂੰ ਇੱਥੇ ਖੜ ਕੇ ਦਬਕਾ ਮਾਰਦੀ ਹੈ ਮਾਸੜ ਤੇ। ਬੜੀਆਂ ਪਿਆਰੀਆਂ ਛੋਟੀਆਂ ਛੋਟੀਆਂ ਗੱਲਾਂ, ਹੈਰਾਨ ਵੀ ਹੋਈਦਾ ਸੀ ਤੇ ਖੁਸ਼ੀ ਵੀ ਬਹੁਤ ਹੁੰਦੀ ਸੀ। ਮੈਂ ਅਗਰ ਤੁਹਾਨੂੰ ਆਪਣੀ ਪਰਸਨਲ ਗੱਲ ਦੱਸਾਂ ਕਿ ਮੈਂ ਜਦੋਂ ਗੁਰੂ ਜੀ ਨੂੰ ਮੱਥਾ ਟੇਕਿਆ ਸੀ, ਉਸ ਤੋਂ ਪਹਿਲਾਂ ਸਿਰਫ ਜਿਵੇਂ ਤੁਹਾਨੂੰ ਪਤਾ ਹੀ ਹੈ ਟੀਨੇਜਰ 17-18 ਸਾਲ ਦੇ ਬੱਚੇ ਨੂੰ ਜੋ ਜਿਵੇਂ ਤੁਹਾਨੂੰ ਘਰ 'ਚ ਸਿਖਾਇਆ ਜਾਂਦਾ, ਜਿੰਨਾ ਦੱਸਿਆ ਜਾਂਦਾ ਤੁਹਾਨੂੰ ਉਨਾ ਹੀ ਪਤਾ ਹੁੰਦਾ, ਸਿਵਾਏ ਗੁਰੂ ਗ੍ਰੰਥ ਸਾਹਿਬ ਤੋਂ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਨਾ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨਾ। ਇਸ ਤੋਂ ਅੱਗੇ ਜਾਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੀਆਂ ਸਾਖੀਆਂ ਸੁਣਨੀਆਂ, ਇਸ ਤੋਂ ਬਿਨਾਂ ਰੱਬ ਨਾਲ ਇਸ ਤੋਂ ਵੱਧ ਕੋਈ ਕਨੈਕਸ਼ਨ ਹੈ ਨਹੀਂ ਸੀ। ਪਰ ਸੰਗਤ ਜੀ ਜਦੋਂ ਮੈਂ ਮੱਥਾ ਟੇਕਿਆ ਸੀ ਔਨ 31 ਜੁਲਾਈ, ਮੈਨੂੰ ਐਂ ਲੱਗ ਰਿਹਾ ਸੀਗਾ ਕਿ ਦਿਸ ਇਜ਼ ਇਟ। ਮੈਂ ਉਸ ਤੋਂ ਬਾਅਦ ਨਾ ਕਿਸੇ ਨੂੰ ਜਾਣਿਆ, ਨਾ ਬੁੱਝਿਆ, ਨਾ ਕਦੇ ਮੈਨੂੰ ਲੋੜ ਪਈ ਹੈ, ਕਦੇ ਮੈਨੂੰ ਜ਼ਰੂਰਤ ਹੀ ਮਹਿਸੂਸ ਨਹੀਂ ਹੋਈ ਕਿ ਮੈਂ ਗੁਰੂ ਜੀ ਤੋਂ ਬਿਨਾਂ ਕਿਤੇ ਹੋਰ ਆਪਣੀ ਕੋਈ ਅਰਦਾਸ ਕੀਤੀ ਹੋਵੇ ਜਾਂ ਗੱਲ ਕੀਤੀ ਹੋਵੇ। ਈਵਨ ਆਪਣੀਆਂ ਡੇ ਟੂ ਡੇ ਤਕਲੀਫਾਂ ਮੈਂ ਉਸ ਦਿਨ ਤੋਂ ਬਾਅਦ ਕਦੇ ਕਿਸੇ ਨਾਲ ਨਹੀਂ ਕੀਤੀਆਂ, ਭਾਵੇਂ ਦਿਲ 'ਚ ਕਰਦੀ, ਭਾਵੇਂ ਸਰੂਪ ਨਾਲ, ਭਾਵੇਂ ਗੁਰੂ ਜੀ ਕੋਲ ਬੈਠ ਕੇ ਕਦੇ ਕੀਤੀ ਹੋਵੇ। ਪਰ ਉਸ ਤੋਂ ਬਿਨਾਂ ਮੈਂ ਕਦੇ ਵੀ ਗੁਰੂ ਜੀ ਨਾਲ, ਗੁਰੂ ਜੀ ਤੋਂ ਬਿਨਾਂ ਕਦੇ ਕਿਸੇ ਤੋਂ ਕੁਛ, ਕਿਸੇ ਨੂੰ ਜਾਣਿਆ ਹੀ ਨਹੀਂ। ਗੁਰੂ ਸੰਗਤ ਜੀ ਇੰਨਾ ਸਮਝ ਲਓ ਵੀ ਨਾ ਹੀ ਲੋੜ ਪਈ ਆ। ਔਰ ਗੁਰੂ ਜੀ ਨੇ ਇਹੋ ਜਿਹਾ ਹੱਥ ਫੜਿਆ ਕਿ ਬਸ ਆਪਣੇ ਨਾਲ ਹੀ ਹਮੇਸ਼ਾ ਜੋੜ ਕੇ ਰੱਖਣ, ਹਮੇਸ਼ਾ ਜੋੜ ਕੇ ਰੱਖਣ। ਉਸ ਤੋਂ ਬਾਅਦ ਇੱਕ ਵਾਰੀ ਹੋਰ ਗੁਰੂ ਜੀ, ਸਿਰਫ ਤੁਹਾਨੂੰ ਦੱਸ ਰਹੀ ਹਾਂ ਕਿ ਗੁਰੂ ਜੀ ਕਿਵੇਂ ਕਿਵੇਂ ਡਿਫਰੈਂਟ ਟਾਈਮਸ ਤੇ ਘਰੇ ਆਏ। ਫਿਰ ਇੱਕ ਵਾਰੀ ਚਾਲੀਆ ਅੰਕਲ ਨੇ ਪਟਿਆਲੇ, ਉਹਨਾਂ ਦੇ ਘਰੇ ਕੋਈ ਫੰਕਸ਼ਨ ਸੀ, ਉੱਥੇ ਬਹੁਤ ਲੇਟ ਤੱਕ ਗੁਰੂ ਜੀ ਬੈਠੇ ਰਹੇ, ਮੈਨੂੰ ਲੱਗਦਾ 1-2 ਵੱਜ ਗਏ ਹੋਣੇ ਨੇ। ਉਸ ਤੋਂ ਬਾਅਦ ਮਾਮਾ ਨੂੰ ਬੁਲਾਇਆ ਤੇ ਕਹਿੰਦੇ ਮਾਮੀ ਘਰੇ ਜਾ ਕੇ, ਕਹਿੰਦੇ ਸਾਗ ਬਣਿਆ ਘਰੇ। ਉਹ ਆਬਵੀਅਸਲੀ ਉਹਨਾਂ ਨੂੰ ਤਾਂ ਪਤਾ ਸੀ ਸਾਗ ਬਣਿਆ ਹੋਇਆ। ਕਹਿੰਦੇ ਸਾਗ ਤੇ ਮੱਕੀ ਦੀ ਰੋਟੀ ਮੇਰੇ ਲਈ ਤਿਆਰ ਕਰ ਦੋ ਤੇ ਸੰਗਤ ਲਈ ਚਾਹ ਬਣਾ ਦਿਓ। ਸੰਗਤ ਜੀ
ਬੰਦਾ ਨਾ ਜਦੋਂ ਗੁਰੂ ਜੀ ਤੁਹਾਡੇ ਨਾਲ ਐਂ ਗੱਲ ਕਰਦੇ ਨੇ, ਤੁਹਾਨੂੰ ਐ ਹੁਕਮ ਦਿੰਦੇ ਨੇ, ਤੁਸੀਂ ਖੁਸ਼ੀ ਵੀ ਹੁੰਦੀ ਹੈ ਤੇ ਤੁਸੀਂ ਡਰ ਜਾਂਦੇ ਹੋ ਕਿ ਤੁਹਾਨੂੰ ਗੱਲ ਸਹੀ ਵੀ ਸੁਣੀ ਹੈ ਵੀ ਗੁਰੂ ਜੀ ਘਰੇ ਆ ਕੇ ਕਹਿ ਰਹੇ ਨੇ ਮੈਂ ਲੰਗਰ ਖਾਣਾ। ਚਲੋ ਜੀ, ਚਾਹ ਨਾਲ ਘਰੇ ਗਏ, ਗੁਰੂ ਜੀ ਲਈ ਮੱਕੀ ਦੀ ਰੋਟੀ ਬਣਾਈ, ਸਾਗ ਬਣਾਇਆ, ਸਾਗ ਬਣਿਆ ਹੋਇਆ ਸੀਗਾ ਘਰੇ, ਤੇ ਸਾਰੀ ਗੁਰੂ ਜੀ ਨੇ ਲੰਗਰ ਖਾਧਾ ਤੇ ਸੰਗਤ ਨੇ ਚਾਹ ਪੀਤੀ, ਗੁਰੂ ਜੀ ਬੈਠੇ ਰਹੇ। ਸਾਡੇ ਨਾ ਇੱਕ ਹੋਰ ਸਾਡੀ ਫੈਮਿਲੀ ਚ ਮੇਰੇ ਪਾਪਾ ਦੇ, ਮੇਰੇ ਦਾਦਾ ਜੀ ਦੇ ਰੀਅਲ ਬ੍ਰਦਰ, ਉਹ ਵੀ ਬੜੇ ਭਗਤ ਹੋਏ ਨੇ ਜੀ। ਉਹਨਾਂ ਦੀ ਆਪਣੀ ਸੰਗਤ ਹੁੰਦੀ ਸੀ ਔਰ ਉਹ ਸਿਰਫ ਵਾਹਿਗੁਰੂ ਦਾ ਜਾਪ ਕਰਦੇ ਸੀ। ਉਹ ਸਾਡੇ ਘਰ ਆਏ ਹੋਏ ਸੀਗੇ ਉਦੋਂ, ਤੇ ਉਹਨਾਂ ਨੇ ਆ ਕੇ ਪਹਿਲੀ ਵਾਰ ਗੁਰੂ ਜੀ ਨੂੰ ਉਹਨਾਂ ਨੇ ਉਦੋਂ ਮੱਥਾ ਟੇਕਿਆ ਜਦੋਂ ਲੇਟ ਨਾਈਟ ਆਏ, ਸ਼ਾਇਦ ਉਹਨਾਂ ਨੂੰ ਹੀ ਮਿਲਣ ਆਏ ਸੀ ਗੁਰੂ ਜੀ। ਤੇ ਉਹਨਾਂ ਨੇ ਜਦੋਂ ਮੱਥਾ ਟੇਕਿਆ, ਤੁਸੀਂ ਇਹ ਸੋਚੋ ਵੀ ਇਹ ਉਹ ਤਾਂ ਪਰਮਾਤਮਾ ਨੇ, ਇਹ ਚਾਚਾ ਜੀ ਥੋੜੀ ਪਹੁੰਚੀ ਹੋਈ ਰੂਹ ਸੀਗੇ। ਗੁਰੂ ਜੀ ਨੇ ਉਹਨਾਂ ਦੇ ਜਦੋਂ ਬੈਠੇ ਉਹਨਾਂ ਦਾ ਹੱਥ ਫੜ ਲਿਆ ਤੇ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਤੁਹਾਨੂੰ ਕੀ ਚਾਹੀਦਾ। ਚਾਚਾ ਜੀ ਨੇ ਅੱਗੋਂ ਜਵਾਬ ਦਿੱਤਾ ਬਸ ਦੇ ਦਿਓ ਜੀ, ਤੇ ਗੁਰੂ ਜੀ ਨੇ ਅੱਗੋਂ ਜਵਾਬ ਦਿੱਤਾ ਦੇਤਾ। ਇਹ ਦੋ ਕੀ ਕਨਵਰਸੇਸ਼ਨਸ ਹੋਈਆਂ ਉਦੋਂ ਕਿਸੇ ਨੂੰ ਸਮਝ ਨਹੀਂ ਆਈ। ਉਹ ਤਾਂ 2-3 ਦਿਨ ਬਾਅਦ ਜਦੋਂ ਚਾਚਾ ਜੀ ਨੂੰ ਪੁੱਛਿਆ ਕਿ ਚਾਚਾ ਜੀ ਤੁਹਾਡੀ ਗੁਰੂ ਜੀ ਨਾਲ ਕੀ ਗੱਲ ਹੋਈ ਸੀ, ਕਹਿੰਦੇ ਰੱਬ ਤੋਂ ਸਿਰਫ ਤੁਸੀਂ ਮੁਕਤੀ ਮੰਗ ਸਕਦੇ ਹੋ। ਔਰ ਸੰਗਤ ਜੀ 2-3 ਮਹੀਨਿਆਂ ਬਾਅਦ ਚਾਚਾ ਜੀ very peacefully he left this world and I'm sure ਕਿ ਗੁਰੂ ਜੀ ਨੇ ਉਹਨਾਂ ਨੂੰ ਉਹ ਦਿੱਤਾ ਜੋ ਉਹਨਾਂ ਨੇ ਮੰਗਿਆ ਸੀ। ਮੰਗਣ ਦੀ ਵੀ ਨਹੀਂ ਲੋੜ ਪੈਂਦੀ, ਉਹ ਤਾਂ ਉਹਨਾਂ ਨੇ ਖਾਮੋਸ਼ੀ 'ਚ ਇੱਕ ਦੂਜੇ ਨੂੰ ਮੰਗ ਲੀਆਂ ਚੀਜ਼ਾਂ ਤੇ ਉਹਨਾਂ ਨੇ ਦੇ ਦਿੱਤੀਆਂ। ਮੈਂ ਆਪਣੇ ਮਦਰ ਦਾ ਸਤਸੰਗ ਸ਼ੇਅਰ ਕਰਦੀ ਹਾਂ ਕਿ 95 ਚ ਜਦੋਂ ਗੁਰੂ ਜੀ ਨੂੰ ਮਿਲੇ, ਦੇਖੋ ਇਹ ਟਾਈਮ ਜਗ੍ਹਾ, ਇਹ ਗੁਰੂ ਜੀ ਨੂੰ ਪਤਾ ਹੈ ਕਿ ਜੇ ਕੋਈ ਜੁੜਿਆ ਹੈ ਤਾਂ ਉਹ ਗੁਰੂ ਜੀ ਦੀ ਮਰਜ਼ੀ ਨਾਲ ਜੁੜਿਆ। ਕਦੋਂ ਜੁੜਿਆ ਉਹਨਾਂ ਨੂੰ ਪਤਾ ਹੈ ਕਿ ਕਦੋਂ ਮੈਂ ਕਿਸੇ ਨੂੰ ਜੋੜਨਾ ਹੈ। We are all his children, ਕੋਈ ਉਹਨਾਂ ਨੂੰ ਮੰਨਦਾ, ਕੋਈ ਨਹੀਂ ਮੰਨਦਾ, it's not anybody's business। ਸਾਰੇ ਹੀ ਆਪਾਂ ਗੁਰੂ ਜੀ ਦੇ ਹਿੱਸੇ ਆ ਔਰ ਸਾਰੇ ਅਨਿਆਂ ਆਪਾਂ ਨੇ ਇਵੈਂਚੁਅਲੀ ਉਹਨਾਂ ਵਿੱਚ ਹੀ ਸਮਾਉਣਾ ਹੈ। ਕਦੋਂ ਉਹ ਟਾਈਮ ਆਊਗਾ, ਕਿੰਨੇ ਜਨਮਾਂ ਬਾਅਦ ਟਾਈਮ ਆਊਗਾ, ਇਹ ਗੁਰੂ ਜੀ ਨੂੰ ਪਤਾ। ਸੋ ਜਿਹੜੇ ਸਮੇਂ ਤੇ ਗੁਰੂ ਜੀ ਨੇ ਆਪਣੇ ਨਾਲ ਜੋੜ ਲਿਆ, ਉਹੀ ਸਮਾਂ ਕੋਈ ਉਹਨਾਂ ਨੇ ਡਿਸਾਈਡ ਕੀਤਾ ਹੋਇਆ ਸੀ। ਤਾਂ 95 ਚ ਜਦੋਂ ਮਿਲੇ ਤਾਂ 2-3 ਮਹੀਨੇ ਬਾਅਦ ਹੀ ਮਾਮਾ ਨੂੰ ਐਕਚੁਅਲੀ ਦਸੰਬਰ ਚ ਗੁਰੂ ਜੀ ਘਰ ਆਏ ਤੇ ਜਨਵਰੀ ਚ ਮਾਮਾ ਨੂੰ ਇੱਕਦਮ ਆਰਥਰਾਈਟਿਸ ਦਾ ਅਟੈਕ ਹੋਇਆ। ਨੋ ਹਿਸਟਰੀ, ਕਦੇ ਕਿਸੇ ਨੂੰ ਪ੍ਰੋਬਲਮ ਹੀ ਹੈ ਨਹੀਂ ਸੀ ਐਂਡ ਮਾਮਾ ਵਾਸ ਵੈਰੀ ਯੰਗ ਐਟ ਦੈਟ ਟਾਈਮ। ਆਰਥਰਾਈਟਿਸ ਦਾ ਇੰਨਾ ਗੰਦਾ ਅਟੈਕ ਹੋਇਆ ਕਿ ਮਾਮਾ ਨੂੰ ਬਾਥਰੂਮ ਜਾਣ ਲੱਗੇ ਵੀ ਉਹਨਾਂ ਨੂੰ ਟੀਕੇ ਲੱਗਦੇ ਸੀ, ਤਾਂ ਵੀ 2 ਜਣੇ ਫੜ ਕੇ ਉਹਨਾਂ ਨੂੰ ਈਵਨ ਬਾਥਰੂਮ ਤੱਕ ਲੈ ਕੇ ਜਾਂਦੇ ਸੀ। ਬੈੱਡ ਤੇ ਟਰਨ ਕਰਨ ਲੱਗੇ ਵੀ, ਜਿਵੇਂ ਪਾਸਾ ਲੈਣਾ, ਤਾਂ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਸੀਗੀ। ਆਬਵੀਅਸਲੀ ਗੁਰੂ ਜੀ ਨਾਲ ਇੰਨਾ ਪਿਆਰ ਹੋ ਗਿਆ ਤਾਂ ਗੁਰੂ ਜੀ ਨਾਲ ਗੱਲ ਕੀਤੀ ਫੈਮਿਲੀ ਚ ਜਾ ਕੇ ਵੀ ਮਾਮੀ ਨੂੰ ਇਹ ਪ੍ਰੋਬਲਮ ਆਈ ਹੈ। ਗੁਰੂ ਜੀ ਦਾ ਬਸ ਇੱਕ ਵਰਡ ਹੁੰਦਾ ਹੈ ਕਿ ਕੁਛ ਨਹੀਂ ਹੋਇਆ ਮਾਮੀ ਨੂੰ, ਇੱਥੇ ਲੈ ਕੇ ਆਇਓ ਫਲਾਣੇ ਦਿਨ। ਜਦੋਂ ਗੱਲ ਪਤਾ ਚੱਲੀ ਮਾਮਾ ਇੰਨਾ, ਹੁਣ ਦੱਸ ਕਹਿੰਦੇ ਮੇਰੀ ਅੱਖਾਂ 'ਚੋਂ ਪਾਣੀ ਆ ਗਿਆ ਕਿ ਮੈਂ ਉੱਠ ਕੇ ਬਾਥਰੂਮ ਤੱਕ ਤਾਂ ਜਾ ਨਹੀਂ ਸਕਦੀ। ਪਟਿਆਲੇ ਤੋਂ ਜਲੰਧਰ ਮੈਂ ਗੱਡੀ 'ਚ ਬੈਠ ਕੇ ਸਫ਼ਰ ਕਿਵੇਂ ਕਰੂੰਗੀ। ਪਰ ਗੁਰੂ ਮਹਾਰਾਜ ਨੇ ਤਾਂ ਸਿਰਫ ਹੁਕਮ ਕਰਨਾ ਹੁੰਦਾ ਨਾ, ਸਾਰੀ ਕਾਇਨਾਤ ਫਿਰ ਤੁਹਾਨੂੰ, ਤੁਹਾਡੀ ਬੋਡੀ ਦਾ ਇੱਕ ਸੈੱਲ ਕੀ ਚੀਜ਼ ਹੈ ਵੀ ਉਹ ਤੁਹਾਡੀ ਉਹਨਾਂ ਦੀ ਹੁਕਮ ਨਾ ਮੰਨੇ। ਮਾਮਾ was able to go to ਜਲੰਧਰ without any pain and ਗੁਰੂ ਜੀ ਨੇ ਫਿਰ ਆਪਾਂ ਨੂੰ ਜਲੰਧਰ ਪਤਾ ਹੈ, ਜਿਹੜੀ ਪੁਰਾਣੀ ਸੰਗਤ ਹੈ, ਕਿ ਗੁਰੂ ਜੀ ਦਾ ਉੱਥੇ ਇੱਕ ਆਪਰੇਸ਼ਨ ਰੂਮ ਹੁੰਦਾ ਸੀ। ਗੁਰੂ ਜੀ ਨੇ ਮਾਮਾ ਦਾ ਉੱਥੇ ਆਪਣਾ ਉਹ ਸਪੂਨ ਯੂਜ਼ ਕਰਦੇ ਸੀ, ਪਾਨ ਦੇ ਪੱਤੇ ਮੰਗਾਏ ਤੇ ਉਹਨਾਂ ਦਾ ਆਪਣਾ ਕੁਝ ਐਕਸਪੀਰੀਅੰਸ ਸੀਗਾ ਕਿ ਉਹਨਾਂ ਨੂੰ ਫੀਲ ਹੋਇਆ ਕਿ ਉਹਨਾਂ ਦੇ ਅੰਦਰ ਕਿਵੇਂ she felt 2 fishes rolling inside her body and ਉਸ ਤੋਂ ਬਾਅਦ ਉਹ ਕਹਿੰਦੇ ਮੈਂ ਸੌਂਗੀ।
when she woke up ਉਹਨਾਂ ਨੂੰ ਲੱਗਿਆ ਕਿ ਮੈਂ ਸ਼ਾਇਦ 15-20 ਮਿੰਟ ਸੁੱਤੀ ਹਾਂ, ਪਰ she slept for almost 6-7 hours. ਮਾਮਾ ਔਰ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਆਫ ਕੋਰਸ ਲੰਗਰ ਕੀਤਾ, ਉਸ ਤੋਂ ਬਾਅਦ ਜਦੋਂ ਘਰੇ ਆਏ ਮਾਮਾ ਦੀਆਂ 80% pains were gone. Then over the next period of next 2-3 months, Mama was completely cured. क्योंकि उस तो बाद फिर गुरु जी ने क्या हर हफ्ते आया करो। फिर किसी दे ब्याह सीगा या कोई फंक्शन सी, मैनू एग्जैक्टली याद नहीं हैगा हुण। गुरु जी ने हुशियारपुर जाना सी ते रस्ते च रोक के, आई थिंक मामा गुरु जी दी कार च बैठे सी, रस्ते च रोक के मामा नू गुरु जी ने शकरकंदी दी चाट खवाई ते उस तो बाद मामा बिल्कुल ठीक हो गए। अज उस उन्हां गल्लां नूं हुण ऑलमोस्ट 30 years हो चले ने ते उन्हां नूं कदे भी संगत जी कदी भी किसे भी जॉइंट च पेन नहीं हुई। और रियूमेटॉइड आर्थराइटिस दा आपां सारिआं नूं पता है कि कोई भी इलाज नहीं हैगा। तुसी सिम्पटोमैटिक रिलीफ कर सकदे हो, तुसी पेन कंट्रोल कर सकदे हो, पर रियूमेटॉइड आर्थराइटिस दा अज तक कोई इलाज नहीं हैगा। एंड गुरु महाराज हैज ब्लेस्ड मामा विद the treatment of rheum and such good health after that. गुरु जी ना एक उदों बहुत ही गल गुरु जी रिपीटेडली मैं अपने कन्नां नाल सुनियां ने गल्लां गुरु जी दे मूंह चों कि बहुत माड़ा समा आ रहा है, कि बहुत माड़ा समा आ रहा है। कैंसर, डिप्रैशन ते डिवोर्स कहंदे मींह वांगू वरसूगा, सिर्फ पाठ करया करो। और संगत जी आपां हुण आपां देख ही रहे हैं 90s च गल्लां इन्नियां कॉमन आम नहीं सीगियां। हुण तां कैंसर भी, डिवोर्सेस भी, डिप्रैशन भी, एवरी अदर हाउस होल्ड वी हेयर ऑफ इट वेरी ऑफन। पर गुरु जी ने उदों लड़ लाया कि पाठ करया करो, जो पाठ करूगा कहंदे सी ओ बचूगा। एक बारी आई संगत च गुरु जी जीरकपुर किसी दे फंक्शन ते आए हुए सीगे, उदों भी मामा नूं गुरु जी ने कोले बुलाया ते कहंदे मामी तू गुरु ग्रंथ साहब दा पाठ करया कर। ते मामा उदों सिर्फ सुखमनी साहब दा मैक्सिमम पाठ जिवें रोज कर लैंदे सीगे ते कहंदे सी जे कर नहीं सकदी तां बैठ के सुन। पर गुरु जी ने कहता तो उन्होंने हिम्मत भी देती नाल कि मामा ने गुरु ग्रंथ साहब दा पाठ किया ते 51 दिन 51 डेज गुरु जी ने क्या अखंड जोत लाओ। की मतलब सी उन्हां गल्लां दा कुछ नहीं पता, पर जिवें गुरु जी ने क्या उवें कीता ते अज तक गुरु जी दियां वो शुरू कीतियां होईयां चीज़ां अज तक घर च कंटिन्यूड ने। पटियाले घर च हले भी अखंड जोत जगदी है ते मामा रेगुलर गुरु ग्रंथ साहब दा पाठ करते हैं। पहला ज्यादा कर लेंदे सी, गुरु ग्रंथ 6-7 वारी भी पाठ कर लेंदे सी, पर हुण जिवें जिवें सेहत अलाउ करदी है इन्ना नहीं हुंदा, पर करदे जरूर ने। और उन्हां नूं कहण करके असीं भी बच्चे भी असीं भी नाल उवें ही जुड़ गए। ते फिर उदों पता चलिया गुरु जी शिव पुराण दा पाठ किसी नूं कह रहे सी, वो भी पढ़ लिया। सो ये गुरु जी दियां ये बाणी नाल जुड़ना, ये उन्हां दी मेहर तो बिना ये चीज हो ही नहीं सकती। ये वो जोड़दे ने तां तुसीं जुड़दे हो। कोई कह नहीं सकदा कि मैं बड़ा भगत हां गुरु जी दा। भगती दी बख्शिश भी गुरु आप दिंदा है तुहानूं। He will choose his disciple and he will choose who will do what for him. गुरु जी दियां blessings सब ते ने, पर किदे ते किन्नियां ने ओनू उन्ने जोगा वो भी आप बनाउंदे ने, मांज के तकलीफां चों कढ के, पर चढ़दी कला नाल हमेशा बख्शदे ने। मामा दी सेहत दा तुहानू अगर सत्संग कंटिन्यू करा कि उस तो बाद 2006 विच मामा नू अचानक लंग्स च पानी पै गया। कोदे मामा नू कोई एजमा कुछ कोई भी यह जी तकलीफ नहीं सी ते उदों तक मेरा विआह हो गया सी। आई हैड कम टू US ते
ਸਾਹ ਆਉਂਦਾ ਹੀ ਨਹੀਂ ਸੀ ਮਾਮਾ ਨੂੰ, ਇਟ ਵਾਸ ਦੈਟ ਬੈਡ। The diagnosis was very confused diagnosis between sarcoidosis and non-Hodgkin's lymphoma. ਤੇ ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ ਕਿ ਦੀਦੀ most likely it is pointing towards non-Hodgkin's, ਤੇ ਜੇ ਉਹ ਹੈ ਤਾਂ I'm just preparing you ਕਿ ਫਿਰ ਮਾਮਾ ਦੀ ਲਾਈਫ ਮਹੀਨਾ ਕੀ ਹੈ। ਸੰਗਤ ਜੀ ਤੁਸੀਂ ਸੋਚੋ, ਬੱਚੇ ਨੂੰ ਜਦੋਂ ਇਹ ਚੀਜ਼ਾਂ ਆਪਾਂ ਸੁਣਦੇ ਆ, ਕਿੰਨੀਆਂ ਤੁਹਾਨੂੰ ਅੰਦਰੋਂ ਖਤਮ ਕਰ ਦਿੰਦੀਆਂ ਨੇ ਚੀਜ਼ਾਂ। ਪਰ ਉਹੀ ਗੱਲ ਗੁਰੂ ਜੀ ਨਾਲ, ਗੁਰੂ ਜੀ ਤੇ ਵਿਸ਼ਵਾਸ, ਗੁਰੂ ਜੀ ਨੂੰ ਅਰਦਾਸ। ਉਦੋਂ ਗੁਰੂ ਜੀ ਦਿੱਲੀ ਸੀਗੇ ਤਾਂ ਫੈਮਿਲੀ ਨੇ ਜਾ ਕੇ ਗੱਲ ਕੀਤੀ, ਗੁਰੂ ਜੀ ਨੇ ਫੇਰ ਉਹੀ ਗੱਲ, ਗੁਰੂ ਜੀ ਕਹਿੰਦੇ ਕੁਛ ਨਹੀਂ ਹੋਇਆ ਮਾਮੀ ਨੂੰ। ਤੇ ਮਾਮਾ ਦਾ ਡਾਇਗਨੋਸਿਸ ਸਾਰਕੋਇਡੋਸਿਸ ਹੀ ਰਿਹਾ, ਦਵਾਈ ਇਲਾਜ ਚੱਲਿਆ ਮਾਮਾ ਦਾ ਬਹੁਤ ਦੇਰ। ਫਿਰ ਗੁਰੂ ਜੀ ਆਪਣੀ ਨੀਸ ਦੀ ਵੈਡਿੰਗ ਤੇ ਡੁਗਰੀ ਆਏ ਸੀ, ਉਦੋਂ ਗੁਰੂ ਜੀ ਨੇ ਹੁਕਮ ਕੀਤਾ ਕਿ ਮਾਮੀ ਨੂੰ ਕਹੋ ਮੈਨੂੰ ਉੱਥੇ ਮਿਲੇ। ਫਿਰ ਮਾਮਾ ਵਾਸ ਏਬਲ, ਈਵਨ ਦੋ ਸਰਦੀਆਂ ਸੀਗੀਆਂ ਉਦੋਂ ਤੇ ਲੰਗਸ ਦੀ ਬਿਮਾਰੀ ਸੀ, ਪਰ ਮਾਮਾ ਵਾਸ ਏਬਲ ਟੂ ਗੋ। ਉਦੋਂ ਉਸ ਦਿਨ ਗੁਰੂ ਜੀ ਨੇ ਮਾਮਾ ਨੂੰ ਇਹ ਕਿਹਾ ਕਿ ਮਾਮੀ ਤੇਰਾ ਪਟਾਕਾ ਪੈ ਜਾਣਾ ਸੀ, ਜਾਂ ਐਸ਼ ਕਰ ਨਿਊ ਲਾਈਫ। ਸੰਗਤ ਜੀ ਨਾ ਆਪਾਂ ਬਹੁਤ ਯੂਜ਼ ਟੂ ਹੋ ਗਿਆ ਗੁਰੂ ਜੀ ਦੀਆਂ ਇਹਨਾਂ ਬਖਸ਼ਿਸ਼ਾਂ ਦੇ, ਨਿਊ ਲਾਈਫ, ਐਸ਼ ਕਰ। ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈਗੀਆਂ, ਇਹ ਉਹਨਾਂ ਦੀਆਂ ਮਿਹਰਾਂ ਨੇ। ਇਹ ਕਈ ਵਾਰੀ ਇਮੈਜਿਨ ਵੀ ਕਰਕੇ ਦੇਖੀਦਾ ਨਾ ਕਿ ਜੇ ਗੁਰੂ ਜੀ ਨਾ ਮਿਲਦੇ, ਓ ਮਾਈ ਗੋਡ, ਐਂ ਲੱਗਦਾ ਕਿ ਕਿਵੇਂ ਪੋਸੀਬਲ ਸੀ ਇਹ ਜ਼ਿੰਦਗੀ ਗੁਰੂ ਜੀ ਤੁਹਾਡੇ ਬਿਨਾ, ਤੁਹਾਡੀ ਪ੍ਰੈਜ਼ੈਂਸ ਤੋਂ ਬਿਨਾ ਇਹ ਹੋ ਹੀ ਨਹੀਂ ਸੀ ਸਕਦਾ ਵੀ ਆਏ ਨਿਊ ਲਾਈਫ। ਬਹੁਤ ਸ਼ੁਕਰਾਨਾ ਗੁਰੂ ਜੀ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਇੱਕ ਬੱਚੇ ਦੀ ਮਾਂ ਨੂੰ ਜਦੋਂ ਨਿਊ ਲਾਈਫ ਮਿਲਦੀ ਹੈ, ਬਹੁਤ ਖੁਸ਼ੀ ਹੋਈ ਸੀ ਗੁਰੂ ਜੀ। ਥੈਂਕ ਯੂ, ਥੈਂਕ ਯੂ। ਗੁਰੂ ਜੀ ਨੇ ਬਸ ਉਦੋਂ ਇਹ ਮਾਮਾ ਨੂੰ ਇੱਕ ਗੱਲ ਕਿਹਾ ਸੀਗਾ ਕਿ ਸੈਰ ਕਰਿਆ ਕਰ। 2019 ਚ ਮਾਮਾ ਨੂੰ ਦੁਬਾਰਾ ਰਿਲੈਪਸ ਹੋਇਆ ਸਾਰਕੋਇਡੋਸਿਸ ਦਾ, ਤੇ ਮਹੀਨਾ ਕੁ ਉਹਨਾਂ ਨੂੰ ਰਹੀ ਪ੍ਰੋਬਲਮ, ਦੁਬਾਰਾ ਲੰਗਸ ਚ ਪਾਣੀ ਪੈ ਗਿਆ ਸੀ। ਉਹਨਾਂ ਨਹੀਂ ਪਿਆ, ਪਹਿਲਾਂ 5 ਲੀਟਰਸ ਆਫ ਵਾਟਰ ਫਲੂਇਡ ਵਾਸ ਐਕਸਟਰੈਕਟਡ ਆਊਟ ਆਫ ਹਰ ਲੰਗਸ। ਹੁਣ ਤਾਂ ਥੋੜੇ ਥੋੜੇ ਜਿਵੇਂ ਹੇਜ਼ ਜੀ ਆਈ ਤੇ ਸਟੀਰੋਇਡਸ ਨਾਲ 1 ਮਹੀਨੇ ਚ ਠੀਕ ਹੋ ਗਏ। ਤੇ ਉਸ ਤੋਂ ਬਾਅਦ ਜਦੋਂ ਡਾਕਟਰ ਕੋਲ ਫਾਈਨਲੀ ਗਏ ਕਿ ਵੀ ਵਾਟਸ ਨੈਕਸਟ, ਤਾਂ ਉਹ ਡਾਕਟਰ, ਤੁਸੀਂ ਦੇਖੋ ਵੀ ਗੁਰੂ ਜੀ ਦੇ ਬਚਨ, ਪੱਥਰ ਦੀ ਲਕੀਰ। ਤੇ ਉਹ ਡਾਕਟਰ ਨੇ ਵੀ ਮਾਮਾ ਨੂੰ ਇਹ ਕਿਹਾ ਕਿ ਆਂਟੀ ਤੁਹਾਨੂੰ ਕੁਛ ਨਹੀਂ ਹੋਇਆ, ਤੁਹਾਡੀ ਦਵਾਈ ਹੁਣ ਇਸ ਤੋਂ ਬਾਅਦ ਬੰਦ ਹੈ, ਤੁਸੀਂ ਸਿਰਫ ਸੈਰ ਕਰਿਆ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। ਐਂਡ ਮਾਮਾ ਨੂੰ ਹੁਣ she is here visiting me and she's perfectly fine। ਉਸ ਤੋਂ ਬਾਅਦ ਲਾਸਟ ਈਅਰ ਉਹਨਾਂ ਨੂੰ ਡੇਂਗੂ ਦਾ ਬਹੁਤ ਭੈੜਾ ਅਟੈਕ ਹੋਇਆ। ਗੁਰੂ ਮਹਾਰਾਜ ਨੇ ਕਿਵੇਂ ਉਹਨਾਂ ਨੂੰ ਹੱਥ ਦੇ ਕੇ ਰੱਖਿਆ, ਕਿਵੇਂ ਟਾਈਮ ਟੂ ਟਾਈਮ ਆਪਣਾ ਇਲਾਜ ਦੱਸਿਆ ਥਰੂ ਡ੍ਰੀਮਸ that mama is fine, ਬਿਲਕੁਲ ਠੀਕ ਨੇ। ਨਹੀਂ ਤਾਂ ਜਿਵੇਂ ਜਿਵੇਂ ਉਹਨਾਂ ਦੀ ਸਿਹਤ ਖਰਾਬ ਹੋਈ ਹੈ ਤੇ ਡੇਂਗੂ ਨੂੰ ਬਰਦਾਸ਼ਤ ਕਰਨਾ ਉਹਨਾਂ ਲਈ, ਉਹਨਾਂ ਦੇ ਬੋਡੀ ਫਿਜ਼ੀਕਲੀ ਬਹੁਤ ਮੁਸ਼ਕਿਲ ਸੀ। ਪਰ ਗੁਰੂ ਮਹਾਰਾਜ ਦੀ ਮਿਹਰ ਜਿਹਦੇ ਤੇ ਹੋ ਜੇ, ਫਿਰ ਉਹਨੂੰ ਤਾਂ ਗੁਰੂ ਜੀ ਨਹੀਂ ਨਾ, ਉਹਨੂੰ ਨਹੀਂ ਕੁਰਲਾਉਣ ਦਿੰਦੇ। ਮੇਰੇ ਫਾਦਰ ਇਜ਼ ਅ ਰਿਟਾਇਰਡ IPS ਆਫਿਸਰ ਤੇ sorry ਸੰਗਤ, ਮੇਰੇ father is a retired IPS officer with Guruji's blessings he's enjoying his retired life। ਕਿਉਂਕਿ ਗੁਰੂ ਜੀ ਨੇ ਬਲੈਸ ਕੀਤਾ ਹੋਇਆ, ਜਦੋਂ ਪਾਪਾ ਆਪਣੀ ਸਰਵਿਸ ਚ ਹੁੰਦੇ ਸੀ ਤਾਂ ਗੁਰੂ ਜੀ ਨੇ, ਉਹ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਨਾ ਕਿ ਗੁਰੂ ਜੀ ਨੇ ਕੀ ਤੋਂ ਕਿੱਥੇ ਕਿਹੜੀ ਸੇਵਾ ਲੈਣੀ ਹੈ, ਉਹ ਉਹਨਾਂ ਨੂੰ ਆਪ ਨੂੰ ਪਤਾ। ਜਦੋਂ ਗੁਰੂ ਜੀ ਹਜੇ ਡਿਸਾਈਡ ਕਰ ਰਹੇ ਸੀਗੇ ਕਿ ਡੁਗਰੀ ਹਸਪੀਟਲ ਬਣਨਾ ਹੈ, ਤਾਂ ਉਦੋਂ ਪਾਪਾ ਦੀ ਪੋਸਟਿੰਗ ਸੰਗਰੂਰ ਐਜ਼ SSP ਸੀਗੀ। ਤਾਂ ਪਿੰਡ ਵਾਲੇ ਉਦੋਂ ਐਗਰੀ ਨਹੀਂ ਸੀ ਕਰਦੇ ਕਿ ਜ਼ਮੀਨ ਦੇਣ ਵਾਸਤੇ ਫॉर द ਹਸਪੀਟਲ। ਤਾਂ ਗੁਰੂ ਜੀ ਨੇ ਪਾਪਾ ਨੂੰ ਕਿਹਾ ਕਿ ਹਰਿੰਦਰ ਇਹ ਕੰਮ ਕਰਨਾ। ਗੁਰੂ ਜੀ ਨੇ ਕਰਨਾ ਤਾਂ ਆਪ ਹੀ ਹੈ ਸਾਰਾ ਕੁਛ, ਪਰ ਉਹ ਜਿਵੇਂ ਹੁੰਦਾ ਨਹੀਂ ਕਿ ਤੁਹਾਡੇ ਭਗਤ ਦਾ ਨਾਮ ਵੀ ਤਾਂ ਕਰਨਾ ਨਾ ਗੁਰੂ ਜੀ ਨੇ,
ਤਾਂ ਉਹ ਸਾਰੇ ਪਿੰਡ ਵਾਲਿਆਂ ਨਾਲ ਰਾਜੀਨਾਮਾ ਜੋ ਵੀ ਕੁਝ ਕਰਕੇ ਤੇ ਦੇਖੋ ਅੱਜ ਉੱਥੇ ਹਸਪੀਟਲ ਬਣਿਆ ਹੋਇਆ, ਕਿੰਨੇ ਕਿੰਨੇ ਇਲਾਜ ਹੁੰਦੇ ਨੇ ਉੱਥੇ। ਜਿਸ ਦਿਨ ਇਨੋਗ੍ਰੇਸ਼ਨ ਸੀ ਉਸ ਦਿਨ ਪਾਪਾ ਗਏ, ਕਹਿੰਦੇ ਹਰ ਰੂਮ ਚੋਂ ਗੁਰੂ ਜੀ ਦੀ ਖੁਸ਼ਬੂ ਆ ਰਹੀ ਸੀ। ਇਨੋਗ੍ਰੇਸ਼ਨ ਉਹਦੀ ਉਸ ਤੋਂ ਗੁਰੂ ਜੀ ਦੇ ਜਾਣ ਤੋਂ ਬਾਅਦ ਹੋਈ ਸੀ। ਤੇ ਗੁਰੂ ਜੀ ਜਦੋਂ ਇੱਕ ਵਾਰੀ ਦਿੱਲੀ ਪਾਪਾ ਮੱਥਾ ਟੇਕਣ ਗਏ, ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਉੱਥੇ ਬਹੁਤ VIPs, ਆਲ ਦ ਕੀ ਕਹੀਏ ਹੁਣ ਵੀ, ਆਪਾਂ ਸਭ ਨੂੰ ਪਤਾ ਵੀ ਉੱਥੇ ਕੌਣ ਕੌਣ ਨਹੀਂ ਬੈਠਾ ਹੁੰਦਾ ਸੀ। ਤੇ ਇੱਕ ਪੰਜਾਬ ਦੇ ਛੋਟੇ ਜਿਹੇ ਡਿਸਟ੍ਰਿਕਟ ਦੇ ਕਿਸੇ ਪੁਲਿਸ ਆਫਿਸਰ ਨੂੰ ਗੁਰੂ ਜੀ ਨੇ ਕਿੰਨੀ ਇੱਜ਼ਤ, ਕਿੰਨਾ ਪਿਆਰ ਬਖਸ਼ਿਆ। ਗੁਰੂ ਜੀ ਨੇ ਬੁਲਾਇਆ ਆਪਣੇ ਕੋਲ, ਤੇ ਕੋਲੇ ਕੋਈ ਬੈਠੇ ਸੀਗੇ ਹਾਈ ਡਿਗਨਿਟਰੀ, ਤੇ ਕਹਿੰਦੇ ਤੁਹਾਨੂੰ ਪਤਾ ਹੈ ਕੌਣ ਹੈ? ਪਾਪਾ ਵੱਲ ਪੁਆਇੰਟ ਕਰਕੇ, ਆਬਵੀਅਸਲੀ ਹੂ ਨੋਜ਼ ਹੂ ਉੱਥੇ ਹੈ। ਤਾਂ ਕਹਿੰਦੇ ਗੁਰੂ ਜੀ ਨੇ ਆਪਣੇ ਮੂੰਹ ਚੋਂ ਬਚਨ ਕੀਤੇ ਕਿ ਇਹ ਇਕੱਲੇ ਪੰਜਾਬ ਦਾ ਨਹੀਂ ਹੈ, ਇਹ ਪੂਰੇ ਇੰਡੀਆ ਦਾ SSP ਔਰ ਹਮੇਸ਼ਾ ਰਹੂਗਾ। ਔਰ ਸੰਗਤ ਜੀ ਉਹੀ ਗੱਲ ਹੈ, ਪਾਪਾ ਰਿਟਾਇਰਮੈਂਟ ਤੋਂ ਪਹਿਲਾਂ ਕਿਤੇ ਰਿਟਾਇਰਮੈਂਟ ਤੋਂ ਬਾਅਦ ਕੋਈ ਕਮੀ ਨਹੀਂ ਗੁਰੂ ਜੀ ਨੇ ਫੀਲ ਹੋਣ ਦਿੱਤੀ। ਇਨਫੈਕਟ ਪਾਪਾ ਇਜ਼ ਮੋਰ ਇਨਟੂ ਸੋਸ਼ਲ ਸਰਵਿਸ, NGOs ਨੇ, ਨਸ਼ੇ ਛਡਾਉਣ ਵਾਲੀਆਂ ਜਾਂ ਕੁਝ ਵੀ, ਪਾਪਾ ਇਜ਼ ਡੂਇੰਗ ਆਲ ਆਫ दैट। ਥੈਂਕ ਯੂ ਗੁਰੂ ਜੀ। ਮੇਰਾ ਬ੍ਰਦਰ ਮੇਰੇ ਤੋਂ 2 ਸਾਲ ਛੋਟਾ ਸੀ, ਉਹ ਹਮੇਸ਼ਾ ਇਫਸ ਐਂਡ ਬਟਸ ਉਹਦੇ ਮਨ 'ਚ ਹਮੇਸ਼ਾ ਸੀਗੇ ਕਿ ਜਦੋਂ ਜਾਣਾ ਵੀ ਸ਼ੁਰੂ ਕੀਤਾ, ਮੇਰੇ ਤੋਂ 2 ਸਾਲ ਛੋਟਾ ਹੈ ਉਹ, ਵੀ ਆਏ ਕਿਵੇਂ, ਉਵੇਂ ਕਿਵੇਂ ਗੁਰੂ ਜੀ, ਆਏ ਕਿਵੇਂ ਹੁੰਦਾ ਹੈ। ਗੁਰੂ ਜੀ ਨੇ ਨਾ ਜਿਵੇਂ ਉਹਨਾਂ ਦਾ ਪਿਆਰ ਹੀ ਹੈ ਵੀ ਗੁਰੂ ਜੀ ਇੱਕ ਦਿਨ ਉਹਨੂੰ ਆਪਣੇ ਰੂਮ 'ਚ ਲੈ ਗਏ, ਜਲੰਧਰ ਦੀ ਗੱਲ ਹੈ। ਤੇ ਸੰਗਤ ਜੀ ਉਹ ਬੱਚੇ ਨੂੰ ਤੁਸੀਂ ਦੇਖੋ ਵੀ ਕੀ ਉਹਨੂੰ ਉਹਦੀ ਝੋਲੀ 'ਚ ਦਾਤ ਪਾਈ। ਇਹ ਐਕਸਪੀਰੀਅੰਸ ਹੁਣ ਖੁਦ ਨਰੇਟ ਕਰੇ ਵੀ ਉਹਨੂੰ ਆਪਣੇ 10 ਦੁਆਰਾਂ ਦੇ ਦਰਸ਼ਨ ਕਰਾਏ ਗੁਰੂ ਜੀ ਨੇ, ਔਰ 10 ਦੁਆਰਾਂ ਚੋਂ ਅਲੱਗ ਅਲੱਗ ਖੁਸ਼ਬੂ ਉਹਨੂੰ ਦਿੱਤੀ। ਐਂਡ ਹੀ ਵਾਸ ਜਸਟ 16 years old। ਉਸ ਤੋਂ ਬਾਅਦ ਇਫ ਬਟ ਤਾਂ ਖਤਮ ਹੋ ਗਏ ਸਾਰੇ, ਔਰ ਗੁਰੂ ਜੀ ਨੇ ਇੰਨੀ ਉਹਨੂੰ ਬਹੁਤ ਪਿਆਰ, ਹਰ ਹੁਣੇ ਵੀ ਬਹੁਤ ਪਿਆਰ ਕਰਦੇ ਨੇ, ਪਰ ਉਹਦੇ ਨਾਲ ਬਹੁਤ ਸਪੈਸ਼ਲ ਅਟੈਚਮੈਂਟ ਸੀਗੀ। ਪਤਾ ਨਹੀਂ ਇੱਕ ਵਾਰੀ ਕੋਈ ਫਰੂਟ ਸੀਗਾ, ਮੈਨੂੰ ਤਾਂ ਫਰੂਟ ਨਾਮ, ਕਿਉਂਕਿ ਮੈਂ ਗੱਲ ਸੁਣੀ ਸੀਗੀ, ਮੈਂ ਉਦੋਂ ਉੱਥੇ ਪ੍ਰੈਜ਼ੈਂਟ ਨਹੀਂ ਸੀ, ਤਾਂ ਉਹਨੇ ਇੱਕ ਵਾਰੀ ਇੱਕ ਫਰੂਟ ਦਾ ਪ੍ਰਸ਼ਾਦ ਦਿੱਤਾ ਤੇ ਕਹਿੰਦੇ ਲੈ ਖਾ ਲੈ ਫਰੂਟ, ਇਹ ਹਿਟਲਰ ਖਾਂਦਾ ਹੁੰਦਾ ਸੀ। ਤੇ ਹੁਣ ਹਿਟਲਰ ਕਿਹੜੇ ਵੇਲੇ ਕਿਹੜਾ ਫਰੂਟ ਖਾਂਦਾ ਸੀ ਆਪਾਂ ਨੂੰ ਨਾ ਪਤਾ ਨਾ ਸਮਝ ਆਈ, ਤੇ ਉਹਨੇ ਚੁੱਪ ਕਰਕੇ ਖਾ ਲਿਆ। ਫਿਰ ਉਹਦੇ ਵਿਆਹ ਦਾ ਬੜਾ ਫਿਕਰ ਰਹਿੰਦਾ ਸੀ ਮੇਰੇ ਮਦਰ ਨੂੰ ਕਿ ਗੁਰੂ ਜੀ ਇਹ ਵਿਆਹ ਨਹੀਂ ਕਰਾਉਂਦਾ, ਕਹਿੰਦਾ ਮੈਂ ਕਰਾਉਣਾ ਨਹੀਂ ਹੈਗਾ। ਤੇ ਗੁਰੂ ਜੀ ਨੇ ਇੱਕੋ ਹੀ ਗੱਲ ਕਹਿਣੀ, ਮੈਂ ਕਿਹੜਾ ਕਰਾਇਆ, ਮੈਂ ਕਿਹੜਾ ਨਾ ਬੀਵੀ ਨਾ TV। ਤੇ ਸੰਗਤ ਜੀ ਗੁਰੂ ਜੀ ਦੀ ਮਿਹਰ ਨਾਲ, ਗੁਰੂ ਜੀ ਦੀ ਹੁਕਮ ਨਾਲ he got married just 6 months back now। ਬੜੀ ਪਿਆਰੀ ਸਾਨੂੰ ਭਾਬੀ ਮਿਲੀ ਹੈ, ਪਰ all with ਗੁਰੂ ਜੀ ਮਿਹਰ। ਕਿਉਂਕਿ ਜਦੋਂ 2021 ਚ ਉਹਦਾ ਵਿਆਹ ਹੋਇਆ, ਉਸ ਤੋਂ 1 ਸਾਲ ਪਹਿਲਾਂ ਗੁਰੂ ਜੀ came in my dream ਤੇ ਕਹਿੰਦੇ, ਬਹੁਤ ਲੰਬਾ ਡ੍ਰੀਮ ਸੀ, ਮੈਂ ਤੁਹਾਨੂੰ ਬਿਲਕੁਲ ਸ਼ਾਰਟ ਸੁਣਾ ਰਹੀ ਹਾਂ ਕਿ ਗੁਰੂ ਜੀ ਅੱਗੇ ਅੱਗੇ ਚਲੇ ਜਾ ਰਹੇ ਨੇ ਤੇ ਮੈਂ ਤੇ ਮਾਮਾ ਗੁਰੂ ਜੀ ਦੇ ਪਿੱਛੇ ਆ। ਤੇ ਗੁਰੂ ਜੀ, ਮੈਂ ਕਿਹਾ ਗੁਰੂ ਜੀ ਮਾਮਾ ਵੀ ਆਏ ਹੋਏ ਨੇ। ਕਹਿੰਦੇ ਮਾਮੀ ਦਾ ਤਾਂ ਇੱਕੋ ਹੀ ਸਵਾਲ ਹੈ, ਮੁੰਡਾ ਵਿਆਹ ਨਹੀਂ ਕਰਾਉਂਦਾ। ਤੇ ਕਹਿੰਦੇ ਆਪ ਹੱਸ ਪਏ, ਬੜੀ ਉੱਚੀ ਦੇਣੇ ਹੱਸੇ, ਕਹਿੰਦੇ ਲੈ ਹੁਣ ਕਰਾ ਲੂਗਾ। ਸੰਗਤ ਜੀ ਉਹ ਡ੍ਰੀਮ ਆਇਆ, ਉਸ ਤੋਂ ਬਾਅਦ ਕਿਵੇਂ ਸਾਰੀਆਂ ਹੀ ਗੱਲਾਂ ਇਸੇ ਉਹਦੇ ਚ ਹੋ ਗਈਆਂ ਕਿ ਹੁਣ ਪਠਾਨ ਦਾ ਵਿਆਹ ਹੈ, ਤੇ ਗੁਰੂ ਜੀ ਦੀ ਮਿਹਰ ਨਾਲ ਬਹੁਤ ਸੋਹਣਾ ਵਿਆਹ ਹੋਇਆ। ਕੋਈ ਵਰਡਸ ਨਹੀਂ ਹੈਗੇ ਸੰਗਤ ਜੀ। ਕਈ ਐਕਸਪੀਰੀਐਂਸਿਸ ਗੁਰੂ ਜੀ ਦੇ ਇਹੋ ਜਿਹੇ ਨੇ ਨਾ ਕਿ ਤੁਸੀਂ ਸਪੀਚਲੈਸ ਹੋ ਜਾਂਦੇ ਹੋ, ਵਰਡਲੈਸ ਹੋ ਜਾਂਦੇ ਹੋ ਕਿ ਉਸ ਪਿਆਰ ਔਰ ਉਸ ਬਲੈਸਿੰਗ ਨੂੰ ਰਿਸੀਵ ਕਰਨ ਲਈ ਕੋਈ ਵਰਡਸ ਹੀ ਨਹੀਂ ਬਚਦੇ। ਬਸ ਐ ਕਿ ਗੁਰੂ ਜੀ fills your heart with so much love, so much joy ਕਿ ਤੁਹਾਨੂੰ ਐ ਹੁੰਦਾ ਕਿ ਮੈਂ ਕਿਵੇਂ ਦਾ ਕਿੱਥੇ ਵੰਡਦਾ ਮੈਨੂੰ ਜਾ ਕੇ। ਗੁਰੂ ਜੀ ਨੇ ਮੈਨੂੰ ਤਾਂ ਚਲੋ ਬਲੈਸ ਕੀਤਾ ਹੀ ਡਾਕਟਰ ਸਾਹਿਬ ਕਹਿ ਕੇ, ਉਸ ਤੋਂ ਬਾਅਦ ਗੁਰੂ ਜੀ ਨੇ ਮੇਰਾ ਵਿਆਹ ਕਰਵਾਇਆ ਤੇ ਲਾਈਫ ਦੇ ਹਰ ਮੋੜ ਤੇ
हर पल अपनी प्रेजेंस दिखाई और गाइड किया कि जिंदगी दे किधर नूं लैके जाना है। सो जदों मेरे विआह दियां ऑब्वियसली गुरु जी बहुत ये गल्लां ना करदे हुंदे सी संगत च बैठ के, फलाने नाल इहदा कर दो, फलाने नाल बड़े रिश्ते दसदे हुंदे सी। फिर अगले दिन ही अगली वारी च कह देना नहीं नहीं छड्डो परे उत्थे नहीं करना, नहीं नहीं छड्डो परे उत्थे नहीं करना। बड़े बहुत वारी गुरु जी ने ऐ कीता। My husband, we were together in dental school in फरीदकोट ते सारे मैनू आया सीगा कि गुरु जी नाल कौन गल करूगा। मैं तां मेरे च तां हिम्मत नहीं सी हुंदी भी मैं गुरु जी नाल कोई अपनी गल कर देवां, मेथों नहीं सी हुंदी। सो ऑब्वियसली मैं तां बड़े भूआ जी नूं या मामा नूं कहा ते गुरु जी एकदम चुप कर गए। गुरु जी ने मेरे वाल देखा, मैं तो उत्थे पानी च बैठ गई कि हुण पता नहीं मैनू की कहणगे या डांट देणगे। गुरु जी ने मैनू इक्को ही गल कही कि उत्थे जाके डॉक्टर साहब पाठ करन दा टाइम नहीं होना। उदों तक मेरे हस्बैंड यूएस इमीग्रेट कर चुके सी। संगत जी मैं बहुत पाठ करती हुंदी सी, गुरु जी दी मेहर नाल ही। आप बंदा कौन है पाठ करन वाला? ते ਉਹੀ ਗੱਲ ਹੈ कि हुण पाठ करन दा मैनू टाइम ਲੱਭਣਾ ਪੈਂਦਾ है। ਜਾਂ ਤਾਂ मैं अपनी नींद घट करके सवेरे अर्ली उठ के या रात ਨੂੰ ਬੱਚਿਆਂ ਦੇ ਸੌਣ ਤੋਂ ਬਾਅਦ या ਦਿਨੇ ਇੱਧਰ ਉੱਧਰ ਡਰਾਈਵ ਕਰਦੇ ਹੋਏ। ਪਰ ਗੁਰੂ ਜੀ ਦੇ ਬਚਨ ਪੱਥਰ ਦੀ ਲਕੀਰ, ਸੱਚੀ ਪਾਠ ਕਰਨ ਦਾ ਟਾਈਮ ਖੁੱਜ ਗਿਆ। ਤੇ ਪਰ ਕੋਈ ਜਵਾਬ ਨਹੀਂ ਦਿੱਤਾ ਗੁਰੂ ਜੀ ਨੇ। ਬੜੇ ਮਹੀਨੇ ਕੱਢਤੇ, ਕੋਈ ਗੱਲ ਹੀ ਨਾ ਕਰਨ, ਕੋਈ ਗੱਲ ਹੀ ਨਾ ਕਰਨ। ਫਿਰ जुलाई of 2000 गुरु जी ने पापा नूं बुलाया, कहंदे चैल साहब बेटी दा विआह कर दो, अमरीका जाके ही कर आओ, मुंडा बहुत चंगा है। ते दो नाल डेट्स भी देतियां, कहंदे 2 नवंबर नूं या 7 दिसंबर नूं कर दो। ते उदों फैमिली ने डिसाइड कीता, बड़ी खुशी हुई। 2 नवंबर नूं गुरु जी ऐ लग्या कि 2 नवंबर बहुत क्लोज सी टू प्लान अ वेडिंग इन यूएस। आई एम टॉकिंग अबाउट द ईयर 2000। उदों इन्ने रिसोर्सेस इन्ने कोई बहुता पता नहीं सीगा कि किवें करांगे इत्थे आके। ते दिसंबर 7 वास्ते मैं अपने हस्बैंड नूं कहा कि गुरु जी ने आ डेट दित्ती है। वो मैनू कहण कि दिसंबर 7 दा पर्ल हार्बर डे है, उदों कोई अमेरिका च विआह नहीं करदा, वो तो बड़ा सैड डे है। मैं कहा जे विआह होऊगा तो इसे दिन होऊगा, नहीं तो नहीं होना। सो इट फाइनली हैपेंड ऑन दिसंबर 7। पर गुरु जी ने क्योंकि 2 नवंबर अपने मुंह चों कही सी, मेरे लिए तो बहुत वड्डी गल सी कि गुरु जी ने आप वो डेट कोई मतलब होना उस तरीक का। पर उन्होंने तो पता ही है, आ थॉट्स भी तो उन्होंने ही दिते होने ने। मैं क्या, मैं पापा नूं कहा कि ਆਪਾਂ ਗੁਰੂ ਜੀ ਨੂੰ 2 ਨਵੰਬਰ ਨੂੰ ਪਟਿਆਲੇ ਬੁਲਾ ਸਕਦੇ ਹਾਂ। ਇਹ ਛੋਟਾ ਮੂੰਹ ਤੇ ਬਹੁਤ ਵੱਡੀ ਗੱਲ ਸੀਗੀ, ਬਹੁਤ ਵੱਡਾ ਥਾਟ ਸੀਗਾ। ਪਰ ਆਪਾਂ ਵਿਆਹ ਤੋਂ ਪਹਿਲਾਂ ਪੰਜਾਬ ਚ ਨਾਰਮਲੀ ਇਹੀ ਹੁੰਦਾ ਹੈ ਕਿ ਪਹਿਲਾਂ ਪਾਠ ਕਰਾਈਦਾ ਜਾਂ ਕੋਈ ਸੰਗੀਤ ਵਗੈਰਾ ਹੁੰਦਾ। ਤਾਂ ਐ ਸੀਗਾ ਵੀ ਜੇ ਗੁਰੂ ਜੀ ਨੇ 2 ਨਵੰਬਰ ਡੇਟ ਦਿੱਤੀ ਹੈ ਤਾਂ ਉਦੋਂ ਹੀ ਇਹ ਸਾਰਾ ਕੁਝ ਹੋ ਜਾਊਗਾ ਤੇ ਗੁਰੂ ਜੀ ਨੂੰ ਇਨਵਾਈਟ ਕਰਦੇ ਹਾਂ। ਸੰਗਤ ਜੀ फॉर गुरु जी दिल्ली तो एक मैं की चीज सिर्फ एक प्यार ना, मैं तो खुद गुरु जी ना गल भी नहीं की, अपने मन च ही सोचा कि गुरु जी तुसी प्लीज 2 नवंबर जे क्या था तुसी आ जाओगे उस दिन। संगत जी गुरु जी एग्रीड टू कम। सो उस तो पहला फर्स्ट नूं अखंड पाठ साहब दा भोग पिया ते सैकेंड नूं एक छोटी जी, छोटी तां नहीं खैर, एक प्री वेडिंग टाइप पार्टी रखी। उदों सत्संग नहीं सी हुंदे। सत्संग दा तां सिलसिला मैनू 2012 तो बाद समझ आया। पर उदों ऐ भी हाँ जी प्री वेडिंग पार्टी ते गुरु जी अपनी संगत लैके आउणगे ते गुरु जी ने बहुत कार्ड वंडे। आई थिंक 400-500 संगत लैके गुरु जी आए। उदों मेरे इन-लॉज दी फैमिली चों कोई भी उत्थे नहीं सीगा ते जदों गुरु जी आए, संगत जी सिर्फ अपने मन दी फीलिंग्स तुहानूं दस रही हां कि मैनूं ऐ लग्या सी कि मेरी बरात आ गई। गुरु जी आए, सारी संगत लैके आए ते बहुत टाइम उत्थे बैठे रहे। गुरु जी वाज देयर टिल 3 o'clock in the morning।
गाने बजाने कॉमेडी शो सारा कुछ होया गुरु जी ने बड़ा इंजॉय किया और बहुत ब्लैसिंग्स दित्तियां मैं साडे कोलों ना वो टेप्स जिहड़ियां उदों वीडियो टेप्स हुंदियां सीगियां सीडीज भी नहीं सी हुंदियां उदों तां हुण पिछे जे मैं 2 महीने पहला इंडिया गई सी तां यूएस बीच कन्वर्ट करा के मेरी सिस्टर इन लॉ ने मेरी भाभी ने मैनू दित्तियां संगत जी मैं देख के ना आई एम रीलिविंग दैट टाइम विद गुरु जी इन्नी मेहर की गुरु जी ने उदों एक निमाणी दी छोटी जी अरदास सुन के आए 29th 30th नवंबर ਨੂੰ ਸਾਡੀ ਫਲਾਈਟ ਸੀਗੀ ਟੂ ਯੂਐਸ ਫॉर ਮਾਈ ਵੈਡਿੰਗ ਤੇ 29th ਨਵੰਬਰ was the last time ਜਦੋਂ ਮੈਂ ਫਿਜ਼ੀਕਲ ਫਾਰਮ ਚ ਗੁਰੂ ਜੀ ਨੂੰ ਮੱਥਾ ਟੇਕਿਆ obviously ਸਾਰੇ ਪਰਿਵਾਰ ਦੀ ਇਹੀ ਹੁਣ ਤਾਂ ਰੂਟੀਨ ਹੈ ਪਹਿਲਾਂ ਵੀ ਸੀਗੀ ਕਿ ਜਦੋਂ ਵੀ ਕਿਤੇ 에어ਪੋਰਟ ਆਉਣਾ ਜਾਣਾ ਦਿੱਲੀ ਤਾਂ ਗੁਰੂ ਜੀ ਹੁਣ ਚਲੋ ਬੜੇ ਮੰਦਿਰ ਆਉਂਦੇ ਜਾਂਦੇ ਆ ਉਦੋਂ ਆਏ ਹੁੰਦਾ ਸੀਗਾ ਕਿ ਗੁਰੂ ਜੀ ਜਿੱਥੇ ਵੀ ਨੇ ਐਮਪਾਇਰ ਸਟੇਟ ਨੇ ਆ ਉਦੋਂ ਉਹਨਾਂ ਨੂੰ ਮੱਥਾ ਟੇਕ ਕੇ ਫਲਾਈਟ ਲੈਣੀ ਹੈ ਤੇ ਆਉਣ ਸਾਰ ਫੇਰ ਗੁਰੂ ਜੀ ਨੂੰ ਹੀ ਮੱਥਾ ਟੇਕਣਾ ਕਿਤੇ ਵੀ ਹੋਟਲ ਸ਼ਾਵਰ ਸ਼ੂਵਰ ਲੈ ਕੇ ਤੇ ਜਦੋਂ 29th ਨੂੰ ਆਬਵੀਅਸਲੀ ਅਸੀਂ ਸ਼ਾਮ ਨੂੰ ਜਦੋਂ ਗੁਰੂ ਜੀ ਕੋਲ ਬੈਠੇ ਸੀ ਗੁਰੂ ਜੀ ਛੁੱਟੀ ਨਾ ਦੇਣ ਗੁਰੂ ਜੀ ਛੁੱਟੀ ਨਾ ਦੇਣ ਗੁਰੂ ਜੀ ਨੇ ਗ੍ਰੀਨ ਕਲਰ ਦਾ ਚੋਲਾ ਪਾਇਆ ਸੀ ਤੇ ਪਾਪਾ ਨੇ ਫਿਰ ਜਦੋਂ ਬਹੁਤ ਥੋੜਾ ਟਾਈਮ ਰਹਿ ਗਿਆ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਫਲਾਈਟ ਦਾ ਟਾਈਮ ਹੋ ਰਿਹਾ ਗੁਰੂ ਜੀ ਨੇ ਫਿਰ ਮੇਰੇ ਵੱਲ ਦੇਖ ਕੇ ਕਿਹਾ ਜਾਣਾ ਸੰਗਤ ਜੀ ਮੈਂ ਕੀ ਜਵਾਬ ਦੇ ਸਕਦੀ ਹਾਂ ਸੀ ਤਾਂ ਮੈਂ ਸਿਰ ਨੀਵਾ ਕਰ ਲਿਆ ਫਿਰ ਗੁਰੂ ਜੀ ਆਪਣੀ ਸੀਟ ਤੋਂ ਖੜੇ ਹੋਏ ਤੇ ਮੈਨੂੰ ਖੜੇ ਕੀਤਾ ਨਾਲ ਹੱਥ ਦਾ ਇਸ਼ਾਰਾ ਕਰਕੇ ਮੈਨੂੰ ਇੰਨੀ ਘੁੱਟ ਕੇ ਜੱਫੀ ਪਾਈ ਗੁਰੂ ਜੀ ਨੇ I can ਸੰਗਤ ਜੀ ਜੇ ਕੋਈ ਐਕਸਪੀਰੀਅੰਸ ਤੁਸੀਂ ਕੋਈ ਮੋਮੈਂਟ ਕੋਈ ਰੀਲਿਵ ਕਰ ਸਕਦੇ ਹੋ it is that moment ਕਿ ਮੈਨੂੰ ਉਸ ਚੀਜ਼ ਦੀ ਫੀਲਿੰਗ ਔਰ it is still so fresh ਤੇ ਗੁਰੂ ਜੀ ਨੇ ਮੈਂ ਮੱਥਾ ਟੇਕਿਆ ਉਸ ਤੋਂ ਬਾਅਦ ਗੁਰੂ ਜੀ ਨੂੰ ਤੇ ਗੁਰੂ ਜੀ ਨੇ ਆਪਣੀ ਇੰਡੈਕਸ ਫਿੰਗਰ ਨਾਲ ਮੇਰੇ ਬਿਲਕੁਲ ਅੱਖਾਂ 'ਚ ਦੇਖ ਕੇ ਮੈਨੂੰ ਕਿਹਾ ਕਿ ਕਿਸੇ ਚੀਜ਼ ਤੋਂ ਘਬਰਾਉਣਾ ਨਹੀਂ ਮੈਂ ਹਮੇਸ਼ਾ ਤੇਰੇ ਨਾਲ ਹਾਂ ਆਪਣੇ ਸਰਟੀਫਿਕੇਟ ਸੰਭਾਲ ਕੇ ਰੱਖੀ ਸੰਗਤ ਜੀ ਗੁਰੂ ਜੀ ਆਪਣੀ ਹਰ ਇੱਕ ਸੰਗਤ ਦੇ ਨਾਲ ਹਮੇਸ਼ਾ ਨੇ ਪਰ ਕਈ ਵਾਰੀ ਨਾ ਮੇਰੇ ਵਰਗੇ ਮੂਰਖ ਪਾਗਲ ਨੂੰ ਇਹ ਚੀਜ਼ਾਂ ਸ਼ਾਇਦ ਸੁਣਨ ਦੀ ਲੋੜ ਹੁੰਦੀ ਹੈ ਤਾਂ ਗੁਰੂ ਜੀ ਨੇ ਸ਼ਾਇਦ ਮੈਨੂੰ ਇੱਕ ਕਿਹਾ ਔਰ ਗੁਰੂ ਜੀ ਦੇ ਵਰਡਸ ਨੇ ਮੈਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੀ ਹੈ ਹਰ ਮੋਮੈਂਟ ਤੇ ਹਰ ਇਮਤਿਹਾਨ ਚ ਗੁਰੂ ਜੀ ਦਾ ਹਮੇਸ਼ਾ ਫੀਲ ਹੁੰਦਾ ਕਿ ਗੁਰੂ ਜੀ ਨਹੀਂ ਮੇਰੇ ਨਾਲ ਹਮੇਸ਼ਾ ਨੇ ਉਸ ਤੋਂ ਬਾਅਦ ਵਿਆਹ ਹੋਇਆ ਬਹੁਤ ਸੋਹਣਾ ਵਿਆਹ ਗੁਰੂ ਜੀ ਦੀ ਇੰਨੀ ਫ੍ਰੈਗਰੈਂਸ ਆਈ ਹੁਣ ਤਾਂ ਆਈ ਲੱਗਦਾ ਸੀਗਾ ਕਿ ਗੁਰੂ ਜੀ ਦੀ ਫ੍ਰੈਗਰੈਂਸ ਨਾਲ ਹੀ ਜਿਵੇਂ ਗੁਰੂ ਜੀ ਨੂੰ ਫੀਲ ਕਰਿਆ ਕਰੂੰਗੀ ਤੇ ਜਦੋਂ ਵਾਪਸ ਜਾਊਂਗੀ ਫਿਰ ਮਿਲੂੰਗੀ ਗੁਰੂ ਜੀ ਨੂੰ ਸੰਗਤ ਜੀ ਇੱਥੇ ਆ ਕੇ ਅਮਰੀਕਾ ਤੁਹਾਨੂੰ ਪਤਾ ਹੈ ਗ੍ਰੀਨ ਕਾਰਡ ਦਿਸ ਦੈਟ ਇਟ ਟੇਕਸ ਲੌਂਗ ਟਾਈਮ ਕਈ ਵਾਰੀ ਤੁਸੀਂ ਉਹਨਾਂ ਚੱਕਰਾਂ 'ਚ ਪੈ ਜਾਂਦੇ ਹੋ ਵਿਚ ਗੁਰੂ ਜੀ ਹੈਡ ਆਲਰੇਡੀ ਟੋਲਡ ਪਾਪਾ ਕਿ ਚੱਕਰਾਂ 'ਚ ਪਾਉਂਗੇ ਔਰ ਚੱਕਰ ਆਬਵੀਅਸਲੀ ਬਹੁਤ ਵੱਡੇ ਵੱਡੇ ਪਏ ਫਿਰ ਇੱਥੇ ਆ ਕੇ ਆਪਣੇ ਐਗਜ਼ਾਮਸ ਕਲੀਅਰ ਕੀਤੇ ਕਰੀਅਰ ਬੱਚੇ ਲਾਈਫ ਜਿਹੜੀ ਰੀਅਲ ਲਾਈਫ ਦੀਆਂ ਪ੍ਰੋਬਲਮਸ ਉਹ ਉਹਨਾਂ ਨਾਲ ਡੀਲ ਕਰਨਾ ਸ਼ੁਰੂ ਕੀਤਾ ਆਈ ਹੈਡ ਐਗਜ਼ਾਮਸ ਤਾਂ ਚਲੋ ਮੇਰੇ 2-3 ਸਾਲ ਚ ਜਿਵੇਂ ਵੀ ਜਿੰਨਾ ਵੀ ਨੋਰਮਲ ਟਾਈਮ ਲੱਗਦਾ ਹੈ ਜਸਟ ਟੁਕ ਦੈਟ ਮਚ ਟਾਈਮ ਇਮੀਗ੍ਰੇਸ਼ਨ ਦੀ ਗੱਲ ਦੱਸਾਂ ਤਾਂ ਕਿਸੇ ਪਾਸਿਓਂ ਮੇਰਾ ਕੁਝ ਵੀ ਨਹੀਂ ਗ੍ਰੀਨ ਕਾਰਡ ਆ ਹੀ ਨਹੀਂ ਸੀ ਰਿਹਾ one fine day it was just in the year 2007 कि मेरे कोई फिंगरप्रिंट्स नहीं होए मेरा कुछ भी नहीं होया मेरी कोई इंटरव्यू नहीं हुई एक दिन अचानक मेरा ग्रीन कार्ड करे आ गया तो मैं पूरा थोनू वो सत्संग भी शेयर कर दिया एग्जाम्स क्लियर कीते became a practicing dentist in California गुरु जी दी मेहर नाल हुण पहला 10 साल पीडियाट्रिक डेंटल सर्जरी की है हुण गुरु जी दी मेहर नाल अज
8 ਸਾਲ ਹੋ ਗਏ। गुरु जी का ही ऑफिस है, गुरु जी ने ही मेहर की हुई है भी उथे only special needs dental office in the whole Central Valley of California। कोई होर ऑफिस नहीं हैगा जिथे अनलैस कि कोई किसी बच्चे नूं सेडेट करके या सवा के ट्रीटमेंट कर दे। जागदे बच्चों ते ट्रीटमेंट सिर्फ गुरु जी दे ऑफिस जिहड़ा कि मेरे नाम ते गुरु जी ने खोलिया उही उत्थे ही हुंदा है। इन्नी मेहर है गुरु जी दी। गुरु जी दे सिर्फ एक बचन डॉक्टर साहब कहण नाल गुरु जी बंदे नूं कहंदे ने ना फर्शों अर्श ते किवें पहुंचा दिंदे ने, ये उही जाणदे ने। फिर संगत जी विआह होया, उस तो बाद बच्चों दीयां प्रॉब्लम्स, आई हैड सो मैनी मिसकैरेजेस। और उदों गुरु जी हुंदे सीगे फिजिकल फॉर्म च ते मैं मामा नूं फोन करना कि मामा की होई जा रहा है। मामा ने गुरु जी नाल गल करनी, गुरु जी ने कहना कुछ नहीं होया डॉक्टर साहब नूं। गुरु जी दी आ टोन हुंदी सी उदों, कुछ नहीं। मैनूं ऐ लगदा सी कि गुरु जी मेरी गल सीरियसली नहीं सुन रहे। पर जदों गुरु जी ने कह देना कुछ नहीं होया, फिर मैं भी कह देना चलो कुछ नहीं होया। पर दिल च ये हुंदा सीगा कि गुरु जी भी बेबी होना तो जरूरी है, पर मंगया कदे नहीं। आए जरूर कह दिंदी सी कि जरूर भी आए होगा नहीं है भी तुस तां कह रहे हो कोई प्रॉब्लम नहीं हैगी, ते फिर हो क्यों नहीं रहा। एंड गोइंग थ्रू मिसकैरेजेस इज नॉट ईजी संगत जी। when physically you lose a baby, ਜਿਹਨੂੰ ਭਾਵੇਂ ਉਹ ਅਨਸੀਨ ਹੋਵੇ, it's mentally emotionally very draining। ਐ ਲੱਗਦਾ ਸੀ ਕਿ ਗੁਰੂ ਜੀ ਮੈਂ ਇੰਨੇ ਕਾਬਿਲ ਨਹੀਂ ਹੈਗੀ ਕਿ ਮੈਂ ਇੰਨੀ ਪੇਨ ਤਕਲੀਫ ਚੋਂ ਲੰਘ ਸਕਾਂ। ਪਰ ਗੁਰੂ ਜੀ ਨੇ ਉਦੋਂ ਹੀ ਕਿਹਾ ਕੁਛ ਨਹੀਂ ਹੋਇਆ ਡਾਕਟਰ ਸਾਹਿਬ ਨੂੰ। ਚਲੋ ਉਵੇਂ ਹੋਇਆ। ਫਿਰ ਮੈਂ ਹੁਣ ਤੁਹਾਨੂੰ ਸ਼ੇਅਰ ਕਰਦੀ ਹਾਂ ਕਿ ਜਿਵੇਂ ਗੁਰੂ ਜੀ ਨੇ ਹੁਕਮ ਕੀਤਾ ਸੀਗਾ ਮਾਮਾ ਨੂੰ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਤਾਂ ਮੈਂ ਉਦੋਂ ਪਾਠ ਕਰ ਨਹੀਂ ਸੀ ਸਕਦੀ ਗੁਰੂ ਗ੍ਰੰਥ ਸਾਹਿਬ ਦਾ, ਕਿਉਂਕਿ ਮੈਨੂੰ ਐ ਲੱਗਦਾ ਸੀ ਕਿ ਮੈਂ ਗਲਤ ਨਾ ਪੜ੍ਹਦਾ। ਤਾਂ ਅਸੀਂ ਉਦੋਂ ਤੱਕ ਮੈਂ ਤੇ ਮੇਰੇ ਅਸੀਂ ਆਪਣਾ ਘਰ ਲੈ ਲਿਆ ਸੀ, ਤਾਂ ਅਸੀਂ ਇੱਕ ਰੂਟੀਨ ਬਣਾਈ ਸੀ ਕਿ ਹਰ ਸਾਲ ਅਸੀਂ ਘਰੇ ਅਖੰਡ ਪਾਠ ਸਾਹਿਬ ਕਰਾਉਂਦੇ ਸੀ। ਅਸੀਂ ਕਿਸੇ ਨੂੰ ਇਨਵਾਈਟ ਨਹੀਂ ਸੀ ਕਰਦੇ, ਸਿਰਫ ਭਾਈ ਜੀ ਆਉਂਦੇ ਸੀ, ਪਾਠ ਕਰਦੇ ਸੀ ਤੇ ਅਸੀਂ ਉਹਨਾਂ ਦੀ ਸੇਵਾ ਕਰਦੇ ਸੀ ਤੇ ਪਾਠ ਸੁਣਦੇ ਸੀ। ਤੇ ਇਹ ਪਾਠ 2006 ਜੁਲਾਈ ਚ, ਮੋਸਟਲੀ ਅਸੀਂ ਜੁਲਾਈ ਚ ਕਰਦੇ ਸੀ ਕਿਉਂਕਿ ਉਦੋਂ ਦਿਨ ਥੋੜੇ ਜਿਹੇ ਖੁੱਲੇ ਹੁੰਦੇ ਸੀ। ਤਾਂ ਜੁਲਾਈ 2007 ਨੂੰ ਅਸੀਂ ਅਖੰਡ ਪਾਠ ਕੀਤਾ, ਤਾਂ 20th ਜੁਲਾਈ ਨੂੰ ਉਸ ਅਖੰਡ ਪਾਠ ਸਾਹਿਬ ਦਾ ਭੋਗ ਪਿਆ। ਉਸ ਤੱਕ ਗੁਰੂ ਜੀ had left his physical body ਤੇ ਐ ਲੱਗਦਾ ਸੀਗਾ ਵੀ felt very lonely, cheated ਕਿ ਸੋਚਿਆ ਹੀ ਨਹੀਂ ਸੀ ਵੀ ਗੁਰੂ ਜੀ ਛੱਡ ਕੇ ਵੀ ਚਲੇ ਜਾਣਗੇ। ਪਰ ਉਹਨਾਂ ਦੀਆਂ ਗੱਲਾਂ ਮੰਨਦੇ ਰਹੇ। ਪਾਠ ਦਾ ਜੋ ਰੂਟੀਨ ਚੱਲਦਾ ਸੀ ਉਹ ਕੀਤਾ ਜੁਲਾਈ ਚ, ਤੇ ਜੁਲਾਈ 20th ਨੂੰ ਭੋਗ ਪਿਆ। ਤੇ ਉਸੇ ਦਿਨ ਸੰਗਤ ਜੀ ਦਿਸ ਵੈਰੀ ਸੇਮ ਡੇ ਮਾਈ ਗ੍ਰੀਨ ਕਾਰਡ ਕੇਮ ਆਊਟ ਆਫ ਦ ਬਲੂ, ਜਿੱਥੇ ਕੋਈ ਆਸ ਉਮੀਦ ਕੋਈ ਗੱਲ ਹੀ ਨਹੀਂ ਸੀਗੀ। and they just came। so the first thing you do ਜਦੋਂ ਤੁਹਾਡਾ ਇੰਨੇ ਸਾਲਾਂ ਬਾਅਦ ਗ੍ਰੀਨ ਕਾਰਡ ਆਉਂਦਾ, ਤੁਹਾਨੂੰ ਆਉਂਦਾ ਕਿ ਵਾਪਸ ਘਰੇ ਜਾਈਏ। ਪਰ ਜਦੋਂ ਆਇਆ ਨਾ ਗ੍ਰੀਨ ਕਾਰਡ, ਮੈਨੂੰ ਇਹ ਯਾਦ ਹੈ ਕਿ ਮੇਰਾ ਫਰਸਟ ਥਾਟ ਇਹ ਸੀ ਕਿ ਗੁਰੂ ਜੀ ਮੈਂ ਵਾਪਸ ਜਾ ਕੇ ਕੀ ਕਰੂੰਗੀ, ਤੁਸੀਂ ਤਾਂ ਹੈ ਨਹੀਂ ਹੁਣ ਉੱਥੇ। ਕਿਉਂਕਿ ਉਦੋਂ ਤੱਕ ਹਲੇ ਸਿਰਫ ਇਹੀ ਫੀਲਿੰਗ ਸੀ ਕਿ ਗੁਰੂ ਜੀ ਤਾਂ ਬਸ ਚਲੇ ਗਏ, ਹੁਣ ਪਤਾ ਨਹੀਂ ਪਿੱਛੋਂ ਕੀ ਹੈ ਕੀ ਨਹੀਂ, ਹੋਣਾ ਵੀ ਕੀ ਹੈ, ਕੁਛ ਨਹੀਂ ਸੀ ਪਤਾ। ਸਤਸੰਗ ਦਾ ਤਾਂ ਪਤਾ ਹੀ ਨਹੀਂ ਸੀ ਵੀ ਇਹ ਵੀ ਹੁੰਦੇ ਨੇ। ਤੇ ਚਲੋ ਜਦੋਂ ਵਾਪਸ ਆਏ ਉਸ ਤੋਂ ਬਾਅਦ ਗ੍ਰੀਨ ਕਾਰਡ ਲੈ ਕੇ, ਤੇ ਸਭ ਤੋਂ ਪਹਿਲਾਂ ਉਹੀ ਰੂਟੀਨ, ਉਦੋਂ ਬੜੇ ਮੰਦਿਰ ਗਏ। ਸੰਗਤ ਜੀ ਜਿਹਨੇ ਗੁਰੂ ਜੀ ਨੂੰ ਫਿਜ਼ੀਕਲ ਫਾਰਮ ਚ ਦੇਖਿਆ ਹੋਵੇ, ਮੱਥਾ ਟੇਕਿਆ ਹੋਵੇ, ਗੱਲਾਂ ਕੀਤੀਆਂ ਹੋਣ, ਉਹਦੇ ਲਈ ਉਦੋਂ ਦੀ ਮੈਂ ਤੁਹਾਨੂੰ ਸਿਰਫ 2007 ਉਦੋਂ ਦੀ ਫੀਲਿੰਗ ਦੱਸ ਰਹੀ ਹਾਂ ਕਿ ਉਹਨੂੰ ਨਾ ਖਾਲੀ ਚੇਅਰ ਨੂੰ ਮੱਥਾ ਟੇਕਣਾ ਬਹੁਤ ਮੁਸ਼ਕਿਲ ਲੱਗਿਆ ਸੀ, ਬਹੁਤ ਹੀ ਮੁਸ਼ਕਿਲ ਲੱਗਿਆ ਸੀ। ਮੈਨੂੰ ਯਾਦ ਹੈ ਮੈਂ ਇੰਨਾ ਜ਼ਾਰ ਰੋਈ ਸੀ ਉੱਥੇ ਬੈਠ ਕੇ ਕਿ ਕੀ ਗੁਰੂ ਜੀ ਹੁਣ ਕੀ ਕਰਾਂਗੇ। ਪਰ ਇਹ ਗੁਰੂ ਮਹਾਰਾਜ ਤਾਂ ਬੈਠੇ ਸੀ ਨਾ, ਉਦੋਂ ਉਹ ਅੰਦਰ ਵਾਲੀਆਂ ਅੱਖਾਂ ਨਹੀਂ ਸੀ ਖੁੱਲੀਆਂ ਹੋਈਆਂ।
ਤੇ ਜਦੋਂ ਹੀ ਅਸੀਂ ਉਸ ਤੋਂ ਬਾਅਦ ਘਰੇ ਆਏ ਤਾਂ ਗੁਰੂ ਜੀ ਦੇ ਫਾਦਰ ਸਾਹਿਬ ਬਾਪੂ ਜੀ ਪਿੱਛੇ ਉਸੇ ਦਿਨ ਹੀ ਪਟਿਆਲੇ ਆ ਗਏ। ਤੇ ਜਦੋਂ ਗੁਰੂ ਇਹ ਤੁਹਾਡੀ ਆਤਮਾ ਨੂੰ ਪਤਾ ਹੁੰਦਾ ਹੈ ਕਿ what you are seeing and what you are feeling। ਜਦੋਂ ਬਾਪੂ ਜੀ ਆਏ ਤਾਂ ਮੈਨੂੰ ਇੱਕਦਮ ਇੰਨੀ ਖੁਸ਼ਬੂ ਗੁਰੂ ਸਾਹਿਬ ਨੂੰ ਆਈ, ਗੁਰੂ ਜੀ ਦੀ ਬਹੁਤ ਖੁਸ਼ਬੂ ਉਹਨਾਂ ਦੇ ਨਾਲ ਆਈ। ਔਰ ਜਿਵੇਂ ਬਾਪੂ ਜੀ ਨੇ ਮੇਰੇ ਵੱਲ ਦੇਖਿਆ, ਮੈਨੂੰ ਇੱਕਦਮ ਲੱਗਿਆ ਕਿ ਗੁਰੂ ਜੀ ਮੇਰੇ ਵੱਲ ਦੇਖ ਰਹੇ ਨੇ। ਤਾਂ ਬਾਪੂ ਜੀ ਮੈਨੂੰ ਲੱਗਦਾ ਅੱਧਾ ਘੰਟਾ ਹੀ ਬੈਠੇ, ਕੁਛ ਪਾਪਾ ਨਾਲ ਗੱਲਾਂ ਕੀਤੀਆਂ, ਕੁਛ ਮੇਰੇ ਨਾਲ ਕੀਤੀਆਂ, ਤੇ ਕਹਿੰਦੇ ਮਾਮਾ ਨੂੰ ਕਹਿੰਦੇ ਬੱਚਿਆਂ ਨੂੰ ਡੁਗਰੀ ਲੈ ਕੇ ਆਇਓ। ਕੋਈ ਉਹਨਾਂ ਨੇ ਦਿਨ ਦੱਸਿਆ ਵੀ ਫਲਾਣੇ ਦਿਨ ਲੈ ਕੇ ਆਇਓ। ਉਦੋਂ ਸੰਗਤ ਜੀ ਡੁਗਰੀ ਪੁਰਾਣਾ ਹੀ ਘਰ ਸੀ ਗੁਰੂ ਜੀ ਦਾ, ਉਦੋਂ ਕੋਈ ਉੱਥੇ ਸਤਸੰਗ ਵੀ ਨਹੀਂ ਸੀ ਹੁੰਦੇ, ਸਿਰਫ ਗੁਰੂ ਜੀ ਦਾ ਇੱਕ ਰੂਮ ਸੀਗਾ ਜਿੱਥੇ ਗੁਰੂ ਜੀ ਦੀ ਚੇਅਰ ਸੀਗੀ। ਤੇ ਅਸੀਂ ਗਏ, ਆਬਵੀਅਸਲੀ ਉਹਨਾਂ ਨੇ ਕਿਹਾ ਸੀ, ਬਾਪੂ ਜੀ ਨੇ ਤਾਂ ਜਾਣਾ ਹੀ ਸੀਗਾ। ਤੇ ਜਾ ਕੇ ਕੋਈ ਗੱਲ ਨਹੀਂ ਕੀਤੀ, ਕੋਈ ਵੀ ਬੱਚਿਆਂ ਨੂੰ ਅੱਗੋਂ ਬੇਬੀ ਦੀ ਪ੍ਰੋਬਲਮ ਹੈ ਜਾਂ ਕੁਛ ਨਹੀਂ ਹੋਇਆ, ਕੋਈ ਗੱਲ ਨਹੀਂ ਕੀਤੀ। ਬਾਪੂ ਜੀ ਨੇ ਮਾਮਾ ਨੂੰ ਬੁਲਾ ਕੇ ਕਿਹਾ ਵੀ ਇਹਨਾਂ ਨੂੰ ਮਿੱਠੇ ਚੌਲ ਖਵਾ ਦਿਓ। ਸੰਗਤ ਜੀ, that was September of 2007 and my pregnancy was confirmed in November of 2007। ਕਿਉਂਕਿ ਉਸ ਤੋਂ ਬਾਅਦ ਬਸ US ਆਏ and aunts are all I got was ਕਿ my pregnancy is positive। ਤੇ I was talking about July 20th। So the following year, July 20th, my daughter was born। ਗੁਰੂ ਇਹ ਚੀਜ਼ਾਂ ਕੋਈ ਕੋਇਨਸੀਡੈਂਸਿਸ ਨਹੀਂ ਹੁੰਦੇ, ਇਹ ਚੀਜ਼ਾਂ ਗੁਰੂ ਜੀ ਦੀਆਂ ਬਖਸ਼ਿਸ਼ਾਂ ਨੇ, ਗੁਰੂ ਜੀ ਦੀਆਂ ਪਲੈਨਿੰਗਸ ਨੇ, ਜਿਹੜੀਆਂ ਕਿ they keep on unfolding in our lives। ਔਰ ਆਪਾਂ ਖੁਸ਼ੀਆਂ ਨਾਲ ਉਹਨਾਂ ਨੂੰ ਜਿਵੇਂ ਨਾ ਮਾਣਦੇ ਹਾਂ ਆਪਾਂ ਉਹਨਾਂ ਨੂੰ। ਗੁਰੂ ਜੀ ਨੇ ਮੈਨੂੰ ਬਹੁਤ ਪਿਆਰਾ ਪ੍ਰੈਜ਼ੈਂਟ ਦਿੱਤਾ ਇਨ ਫਾਰਮ ਆਫ ਮਾਈ ਡਾਟਰ। ਉਸ ਤੋਂ ਬਾਅਦ ਸੋਚਿਆ ਸੀਗਾ ਕਿ ਮਹਾਰਾਜ ਨੇ ਇੰਨੀ ਮਿਹਰ ਕਰਤੀ ਹੈ ਵੀ ਸ਼ਾਇਦ ਹੁਣ we cannot even think or ask for a second baby। ਖੈਰ ਮੰਗਿਆ ਤਾਂ ਪਹਿਲਾਂ ਵੀ ਨਹੀਂ ਸੀਗਾ, ਪਰ ਗੁਰੂ ਜੀ ਨੇ ਜਿਵੇਂ ਦੂਜੇ ਬਾਰੇ ਤਾਂ ਸੋਚਦੇ ਵੀ ਨਹੀਂ ਸੀਗੇ। ਸੰਗਤ ਜੀ, the following year I went for a routine checkup to my doctor। ਤੇ ਮੇਰੀ ਡਾਕਟਰ ਕਹਿੰਦੀ ਵੀ by any chance you are pregnant। ਮੈਂ ਕਿਹਾ ਨਹੀਂ। ਤਾਂ ਉਹ ਕਹਿੰਦੀ but we still have to do, ਉਹਨੇ ਜੋ ਵੀ ਕੁਛ ਕਰਨਾ ਸੀ ਕਹਿੰਦੀ I have to do a pregnancy test for you। ਤੇ to my biggest surprise my pregnancy test was positive। ਤੇ ਮੈਂ ਉਹਨੂੰ ਕਿਹਾ ਕਿ ਨਹੀਂ ਡਾਕਟਰ, ਮੇਰੇ ਤਾਂ ਐਵੇਂ ਟੈਸਟ ਇੱਧਰ ਉੱਧਰ ਆਉਂਦੇ ਰਹਿੰਦੇ ਨੇ, ਤੂੰ ਇਟਸ ਨਾਟ ਪੋਸੀਬਲ। ਕਹਿੰਦੀ ਹੁਣ ਟੈਸਟ ਪੋਜ਼ਿਟਿਵ ਆਇਆ ਤੇ ਬਾਈ ਚਾਂਸ ਉਹਦੇ ਰੂਮ ਦੇ ਵਿੱਚ ਹੀ ਇੱਕ ਅਲਟਰਾਸਾਊਂਡ ਮਸ਼ੀਨ ਸੀਗੀ। ਕਹਿੰਦੀ ਲੈਟਸ ਚੈੱਕ ਇਟ। ਸੰਗਤ ਜੀ, the baby's heart was beating inside। it was, ਮੈਂ ਨਾ ਜਦੋਂ ਪਤਾ ਚੱਲਿਆ ਮੈਂ ਇੰਨੀ ਸਰਪ੍ਰਾਈਜ਼ਡ, ਔਰ ਮੈਂ ਉੱਥੇ ਹੀ ਬੈਠ ਕੇ ਗੁਰੂ ਜੀ ਨਾਲ ਗੱਲ ਕੀਤੀ। ਮੈਂ ਕਿਹਾ ਗੁਰੂ ਜੀ, ਨਾ ਇਹ ਬੱਚਾ ਮੈਂ ਤੁਹਾਡੇ ਤੋਂ ਮੰਗਿਆ ਹੈ, ਨਾ ਮੈਂ ਸੋਚਿਆ ਸੀ ਕਿ ਮੈਂ ਇੰਨੇ ਜੋਗੀ ਹਾਂ ਕਿ ਮੈਂ ਇੱਕ ਹੋਰ ਬੇਬੀ ਨੂੰ ਤੁਸੀਂ ਮੈਨੂੰ ਦਾਤ ਬਖਸ਼ੋਗੇ। ਇਹ ਤੁਸੀਂ ਮੈਨੂੰ ਦਿੱਤਾ, ਇਹ ਤੁਹਾਡਾ ਪ੍ਰਸ਼ਾਦ ਹੈ, ਮੈਂ ਇਹਦਾ ਨਾਮ ਰੂਹਾਨ ਰੱਖੂੰਗੀ। ਸੰਗਤ ਜੀ, it was just first few weeks into pregnancy, ਨਾ ਮੈਨੂੰ ਕੁਛ ਬੱਚੇ ਦਾ ਪਤਾ ਕਿ it's a baby boy, ਨਾ ਇਹ ਵੀ ਥਾਟਸ ਵੀ ਤੁਹਾਡੇ orchestrated ਨੇ by his blessings। ਤੇ ਮੈਂ ਇਹਦਾ ਨਾਮ ਬੇਬੀ ਦਾ ਰੂਹਾਨ ਰੱਖਤਾ। and Ruhan became the biggest blessing in my life। he still is and I know ਜਿਵੇਂ ਜਿਵੇਂ ਗੁਰੂ ਜੀ ਕਹਿੰਦੇ unfold ਕਰਨਗੇ, ਆਪਾਂ ਇਹਨੂੰ ਮਾਣ ਰਹੇ ਹਾਂ ਤੇ ਮਾਣਾਂਗੇ। 2010 April, Ruhan was born। 2012 January 6, Ruhan was diagnosed with autism spectrum, that he's autistic and he was totally non-verbal। ਸਾਨੂੰ ਥੋੜਾ 1.5 ਸਾਲ ਤੇ ਪਤਾ ਚੱਲਣਾ ਲੱਗਿਆ ਕਿ ਵੀ ਇਹ ਬੱਚਾ ਬਿਲਕੁਲ ਅਲੱਗ ਰਹਿੰਦਾ ਹੈ, ਤੂੰ ਬੋਲਦਾ ਨਹੀਂ। ਤਾਂ ਜਿਵੇਂ ਜਿਵੇਂ ਟੈਸਟ ਹੋਏ ਤਾਂ January 6, 2012 he was diagnosed that he is on the autism spectrum।
Sangat ji, those who all are parents in this group, mothers especially or fathers, ਜਦੋਂ ਕੋਈ ਤੁਹਾਨੂੰ ਇਹ ਜੀ ਚੀਜ਼ ਆਪਣੀ ਗੱਲ ਤੁਸੀਂ ਫੇਰ ਸਹਾਰ ਲੈਂਦੇ ਹੋ, ਜਦੋਂ ਤੁਹਾਨੂੰ ਆਪਣੇ ਬੱਚੇ ਬਾਰੇ ਕੁਝ ਪਤਾ ਚੱਲਦਾ ਹੈ, ਇੱਕ ਬੱਚੇ ਦਾ ਜ਼ੁਕਾਮ ਨਹੀਂ ਆਪਾਂ ਸਹਾਰ ਸਕਦੇ। ਜਦੋਂ ਇਹ ਚੀਜ਼ਾਂ, ਇਹ ਮੈਨੂੰ ਇਹ ਯਾਦ ਹੈ ਕਿ ਜਦੋਂ ਮੈਨੂੰ ਪਤਾ ਚੱਲਿਆ ਸੀ, ਮੇਰੇ ਅੰਦਰ it was a very weird deep pain in my heart। ਪਰ ਗੁਰੂ ਜੀ ਹੈਗੇ ਨੇ ਨਾ, ਗੁਰੂ ਜੀ ਨੂੰ ਉੱਥੇ ਹੀ ਖੜ ਕੇ ਅਰਦਾਸ ਕੀਤੀ ਕਿ ਗੁਰੂ ਜੀ ਤੁਸੀਂ ਮੈਨੂੰ ਰੂਹਾਨ ਦਿੱਤਾ, ਨਾ ਮੈਂ ਤੇ ਤੁਹਾਡੇ ਤੋਂ ਇਹ ਮੰਗਿਆ, ਤੁਸੀਂ ਮੈਨੂੰ ਦਿੱਤਾ, ਹੁਣ ਇਹਦੀ ਜ਼ਿੰਦਗੀ ਨੂੰ ਕਿਵੇਂ ਚਲਾਉਣਾ ਹੈ, ਇਹਦਾ ਕਿਵੇਂ, ਇਹਦੀ ਲਾਈਫ ਦਾ ਕੀ ਅੱਗੇ ਹੋਊਗਾ, ਤੁਸੀਂ ਮੈਨੂੰ ਹਿੰਮਤ ਦੇਣੀ ਹੈ, ਤੁਸੀਂ ਮੈਨੂੰ ਚੜ੍ਹਦੀ ਕਲਾ ਬਖਸ਼ਣੀ ਹੈ, ਤੁਸੀਂ ਜਾਣੋ ਤੇ ਰੂਹਾਨ ਜਾਣੇ। ਸੰਗਤ ਜੀ, that was 2012। ਉਸ ਤੋਂ ਬਾਅਦ ਰੂਹਾਨ ਦੀ ਟ੍ਰੀਟਮੈਂਟ, ਦੁਨੀਆ ਦਾ ਕਿਹੜੀ ਜਗ੍ਹਾ ਜਿੱਥੇ ਅਸੀਂ ਇਹਦਾ ਟ੍ਰੀਟਮੈਂਟ ਨਹੀਂ ਕਰਾਇਆ, ਜਿੱਥੇ ਪਤਾ ਚੱਲਦਾ ਹੈ, ਸਾਊਥ ਅਮਰੀਕਾ, ਯੂਰਪ, ਇੰਡੀਆ, ਜਿੱਥੋਂ ਪਤਾ ਚੱਲਦਾ ਹੈ, ਆਪਣਾ ਅਮਰੀਕਾ 'ਚ ਤਾਂ ਕੋਈ ਜਗ੍ਹਾ ਛੱਡੀ ਹੋਈ ਨਹੀਂ, ਕਿੰਨੇ hundreds and thousands of dollars are being spent, ਪਰ ਇਹ ਬੱਚੇ ਦੀ ਕੇਅਰ ਔਰ ਇਸ ਬੱਚੇ ਦੇ ਇਲਾਜ ਔਰ ਇਹਦੀ ਐਜੂਕੇਸ਼ਨ 'ਚ ਕਦੇ ਗੁਰੂ ਮਹਾਰਾਜ ਨੇ ਕਦੇ ਵੀ ਅੜਚਣ ਨਹੀਂ ਆਉਣ ਦਿੱਤੀ। ਜੇ ਅੜਚਣਾ ਆਈਆਂ ਵੀ ਨੇ, which are part of life, they just vanish and they magically vanish। ਕਈ ਵਾਰੀ ਮੈਂ ਖੁਦ ਹੈਰਾਨ ਹੋ ਜਾਂਦੀ ਹਾਂ ਕਿ ਇਹ ਕਿਵੇਂ ਹੋ ਗਿਆ। ਮੈਂ 2012 ਇਸ ਲਈ ਮੈਂਸ਼ਨ ਕਰ ਰਹੀ ਹਾਂ ਕਿ 2012 ਤੱਕ ਗੁਰੂ ਜੀ ਨੂੰ ਲਾਸਟ ਮਿਲੀ 2007 ਚ ਗੁਰੂ ਜੀ ਚਲੇ ਗਏ। ਉਸ ਤੋਂ ਬਾਅਦ ਪਤਾ ਹੀ ਨਹੀਂ ਸੀ ਵੀ ਸਤਸੰਗ ਵੀ ਕੋਈ ਚੀਜ਼ ਹੁੰਦੀ ਹੈ, ਵੀ ਇਹ ਵੀ ਹੁੰਦੇ ਨੇ। ਬਸ ਇੱਕ ਇਹ ਸੀਗਾ ਕਿ ਗੁਰੂ ਜੀ ਦਾ ਮੈਂ ਮੰਦਿਰ ਬਣਾਇਆ ਹੋਇਆ ਸੀ ਘਰੇ, ਸ਼ੁਰੂ ਤੋਂ ਜਦੋਂ ਦਾ ਵਿਆਹ ਹੋਇਆ ਸੀ, ਤੇ ਇੱਕ ਜੋਤ ਜ਼ਰੂਰ ਲਾਉਂਦੀ ਸੀ, ਐਵਰੀ ਸਿੰਗਲ ਡੇ ਗੁਰੂ ਜੀ ਦੇ ਅੱਗੇ ਜੋਤ ਲਾਉਂਦੀ ਸੀ। ਸੋ 2012 ਚ ਮੈਨੂੰ ਫੇਸਬੁੱਕ ਤੇ ਇੱਕ ਮੈਸੇਜ ਆਇਆ, ਉਹ ਅੱਜ ਵੀ ਉਹ ਆਂਟੀ, ਸ਼ੀ ਇਜ਼ ਅ ਪਾਰਟ ਆਫ ਆਰ ਬੇ ਏਰੀਆ ਸੰਗਤ ਗਰੁੱਪ। ਉਹ ਖੁਦ ਹੈਰਾਨ ਨੇ, ਉਹ ਮੈਨੂੰ ਨਹੀਂ ਜਾਣਦੇ ਸੀ, ਨਾ ਮੈਂ ਉਹਨਾਂ ਨੂੰ ਜਾਣਦੀ ਸੀ, ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਮੈਨੂੰ ਉਹ ਮੈਸੇਜ ਕਿਉਂ ਕੀਤਾ। ਕਹਿੰਦੇ ਮੈਂ ਤਾਂ ਆਪਕੋ ਜਾਣਤੀ ਵੀ ਨਹੀਂ ਥੀ। ਉਹਨਾਂ ਨੇ ਮੈਨੂੰ ਫੇਸਬੁੱਕ ਤੇ ਮੈਸੇਜ ਕੀਤਾ ਕਿ ਗੁਰੂ ਜੀ का संगत सत्संग यहाँ पे है, वुड यू लाइक टू अटेंड। ਗੁਰੂ, ਤੁਸੀਂ ਆਪੇ ਸੋਚੋ ਸੰਗਤ ਜੀ, ਤੁਹਾਨੂੰ ਗੁਰੂ ਜੀ ਦਾ ਕੋਈ ਇੱਥੇ ਕੋਈ ਤੁਹਾਨੂੰ ਜਾਣਨ ਵਾਲਾ ਨਹੀਂ, ਕੋਈ ਤੁਹਾਨੂੰ ਪਤਾ ਹੀ ਨਹੀਂ ਵੀ ਗੁਰੂ ਜੀ ਦੀ ਸੰਗਤ ਇੱਥੇ ਵੀ ਲੋਕ ਹੈਗੇ ਨੇ ਕੋਈ, ਐਂਡ ਤੁਹਾਨੂੰ ਇਹ ਮੈਸੇਜ ਆ ਜਾਵੇ, ਐਂਡ ਐਟ ਦ ਟਾਈਮ ਵੈਨ ਯੂ ਆਰ ਐਟ ਯੋਰ ਲੋਐਸਟ, ਜਦੋਂ ਰੂਹਾਨ ਡਾਇਗਨੋਸ ਹੋਇਆ। ਤੇ ਗੁਰੂ ਜੀ ਦਾ ਪਹਿਲਾ ਸਤਸੰਗ ਮੈਂ ਬੇਰੀਆ ਚ ਅਟੈਂਡ ਕੀਤਾ in January of 2000, I think 13th ਲੋਹੜੀ ਦਾ ਸਤਸੰਗ ਸੀ, and that satsang was only 5th or 6th satsang in the Bay Area। ਉਹ ਹਜੇ 8-10 ਸੰਗਤ ਹੀ ਸੀਗੀ, ਹੁਣ ਤਾਂ ਇੱਥੇ 500-700 ਸੰਗਤ ਹੈਗੀ ਹੈ in the Bay Area, but that was the first one। ਪਰ ਮੈਂ ਗੁਰੂ ਜੀ ਦੀ ਤੁਹਾਨੂੰ ਟਾਈਮਿੰਗ ਦੀ ਗੱਲ ਦੱਸ ਰਹੀ ਹਾਂ ਕਿ ਗੁਰੂ ਜੀ came back into my life so profoundly in the form of satsangs when I needed him the most। ਇਹ ਨਹੀਂ ਸੀ ਕਿ ਉਹ 12 ਸਾਲ ਮੇਰੇ ਤੋਂ ਦੂਰ ਸੀ ਜਾਂ ਮੇਰੇ ਨਾਲ ਨਹੀਂ ਸੀ, he was there, ਪਰ ਉਹ ਉਨਾ ਕੁ ਸੀਗੇ ਜਿੰਨਾ ਕੁ ਮੈਨੂੰ ਜ਼ਰੂਰਤ ਸੀਗੀ। ਹੁਣ ਜਦੋਂ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਗੁਰੂ ਜੀ ਮੇਰੇ ਨਾਲ ਆ ਕੇ ਖੜ ਗਿਆ। ਸੰਗਤ ਜੀ, ਫੇਰ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਗੁਰੂ ਜੀ ਨੂੰ ਫਿਰ ਬੰਦਕ ਨਵੀਂ ਸੰਗਤ ਤੋਂ ਬੜਾ ਕੁਝ ਸਿੱਖਿਆ, ਕਿ ਆਪਣੇ ਆਪ ਨੂੰ ਫਿਰ ਬਹੁਤ ਕਿਸਮਤ ਵਾਲਾ ਵੀ ਸਮਝਿਆ, ਫਿਰ ਬਦਕਿਸਮਤ ਵੀ ਸਮਝਿਆ। ਕਿਸਮਤ ਵਾਲਾ ਇਸ ਲਈ ਵੀ ਰੱਬ ਦੇ ਦਰਸ਼ਨ ਕੀਤੇ ਨੇ, ਬੈਠੇ ਆ, ਗੱਲਾਂ ਕੀਤੀਆਂ ਨੇ, ਉਹਨਾਂ ਨੇ ਇੰਨਾ ਕੁਛ ਕੀਤਾ। ਤੇ ਬਦਕਿਸਮਤ ਇਸ ਲਈ ਸਮਝਿਆ ਕਿ ਇੰਨਾ ਕੁਛ ਇੰਨੀ ਦੇ ਕੋਲੇ ਬੈਠ ਕੇ ਵੀ ਬਿਲਕੁਲ ਹੀ ਕੁਛ ਹੋਰ ਸੋਚਣਾ ਹੀ ਨਹੀਂ ਸੀ ਚਾਹੀਦਾ ਉਸ ਟਾਈਮ ਤਾਂ। ਪਰ ਸੰਗਤ ਦਾ ਜੋ ਪਿਆਰ, ਜੋ ਪਰਿਵਾਰ ਚ ਆਪਸ ਚ ਇੱਥੇ ਮਿਲਿਆ, ਇਹ ਸਿਰਫ ਗੁਰੂ ਜੀ ਦਾ। ਗੁਰੂ ਜੀ ਨੇ ਕਹਿੰਦੇ ਸੀ ਨਾ ਕਿ ਮੈਂ ਸੰਗਤ ਹੀ ਤੁਹਾਡਾ ਅਸਲੀ ਪਰਿਵਾਰ ਹੈ।
ਇਹ ਮੈਂ ਸੁਣੀ ਹੋਈ ਹੈ ਗੱਲ ਗੁਰੂ ਜੀ ਦੇ ਮੂੰਹ ਤੋਂ ਕਿ ਸੰਗਤ ਹੀ ਤੁਹਾਡਾ ਅਸਲੀ ਪਰਿਵਾਰ ਹੈ, ਇਹੀ ਕੰਮ ਆਉਂਦੀ ਹੈ। ਔਰ ਆਈ ਵੀ ਹੈ ਸੰਗਤ ਜੀ। ਇੱਥੇ ਮੇਰੀ ਫੈਮਿਲੀ ਚੋਂ ਇੱਥੇ ਕੋਈ ਵੀ ਨਹੀਂ ਹੈਗਾ। ਮੇਰਾ ਇੱਕ ਛੋਟਾ ਬ੍ਰਦਰ ਹੈ, ਉਹ ਇੰਡੀਆ ਹੈ। ਔਰ ਪਰ ਇੱਥੇ ਪਰਿਵਾਰ ਹੁਣ ਇੰਨਾ ਕਿ ਵੀ ਕਦੇ ਫੀਲ ਨਹੀਂ ਹੋਇਆ। ਰੋਹਾਨ ਇਜ਼ ਸਟਿਲ ਨॉन ਵਰਬਲ, ਅੱਜ 12 ਸਾਲ ਦਾ ਹੋ ਗਿਆ ਇਸ ਸਾਲ। ਹੀ ਇਜ਼ ਸਟਿਲ ਲਰਨਿੰਗ ਟੂ ਟਾਕ। ਮੈਂ ਕਦੇ ਉਹਨੂੰ ਨॉन ਵਰਬਲ ਨਹੀਂ ਕਹਿੰਦੀ, ਪਰ ਗੁਰੂ ਜੀ ਦੀ ਮਿਹਰ ਨਾਲ he is growing, he's learning new skills। टाइम लगता है बहुत। गुरु ने ना अपने ਤਾਂ ਆਪਾਂ ਨੂੰ ਸਿਖਾਉਂਦੇ ਵੀ ਨੇ ਚੀਜ਼ਾਂ। ਪੇਸ਼ੈਂਸ, ਗੁੱਸਾ ਨਹੀਂ ਕਰਨਾ, ਇਹ ਚੀਜ਼ਾਂ ਇੱਕ ਦਿਨ ਚ ਨਹੀਂ ਕੋਈ ਸਿੱਖਦਾ ਹੈਗਾ। ਇਟਸ ਓਵਰ ਅ ਪੀਰੀਅਡ ਆਫ ਟਾਈਮ ਲਰਨਿੰਗ। ਐਕਸੈਪਟੈਂਸ, ਪੀਸ, ਸਟਰੈਂਥ, ਸਭ ਗੁਰੂ ਜੀ ਦੀ ਮਿਹਰ ਤੋਂ ਬਿਨਾਂ ਇਹ ਆ ਹੀ ਨਹੀਂ ਸਕਦਾ। ਸੰਗਤ ਜੀ, ਜਦੋਂ ਅਸੀਂ ਸਾਡੀਆਂ ਇੱਥੇ ਹੁਣ ਰੂਹਾਨ ਕਰਕੇ, ਬਿਕਾਜ਼ ਹੀ ਇਜ਼ ਔਨ ਦਾ ਆਟਿਜ਼ਮ ਸਪੈਕਟਰਮ, ਤਾਂ ਜਿਵੇਂ ਸਾਲ ਬਾਅਦ ਇਹਦੀਆਂ ਮੀਟਿੰਗਸ ਹੁੰਦੀਆਂ ਨੇ, ਤਾਂ ਜਿਹੜੀ ਇੱਥੋਂ ਦਾ ਲੋਕਲ ਗਰੁੱਪ ਹੈ, ਤੇ when they come and talk to us, ਤਾਂ normally ਜਿਹੜੇ ਪੇਰੈਂਟਸ ਜਿਨ੍ਹਾਂ ਦੇ ਬੱਚਿਆਂ ਨੂੰ ਇਹ ਪ੍ਰੋਬਲਮਸ ਨੇ, they either are divorced, ਪਤਾ ਨਹੀਂ ਕੀ law of nature ਹੈ ਕਿ ਵੀ ਜਦੋਂ ਇਹ ਜਿਹਾ ਬੱਚਾ ਘਰ ਚ ਆਉਂਦਾ, this is a number one reason people get divorced। ਜਾਂ ਉਹਨਾਂ ਨੂੰ ਕੋਈ ਉਹ ਥੈਰੇਪੀ ਦੇ ਥਰੂ ਜਾਂਦੇ ਨੇ, ਜਾਂ ਉਹਨਾਂ ਨੂੰ they have ਕੋਈ ਸੌਖੀ ਚੀਜ਼ ਤਾਂ ਹੈ ਨਹੀਂ ਸਹਾਰਨੀ ਹੈ, ਤਾਂ they come and talk to us ਕਿ ਤੁਸੀਂ ਐਜ਼ ਅ ਕਪਲ ਹਾਊ ਡੂ ਯੂ, ਤੁਸੀਂ ਇਸ ਚੀਜ਼ ਨੂੰ ਕਿਵੇਂ ਇੰਨੀ ਪੋਜ਼ਿਟਿਵਲੀ ਹੈਂਡਲ ਕਰਦੇ ਹੋ। ਤਾਂ ਕਿਵੇਂ ਇਹ ਗੱਲ ਦੀ ਹੁਣ ਕੋਈ ਐਕਸਪਲੇਨੇਸ਼ਨ ਹੈ ਵੀ ਸਿਰਫ ਗੁਰੂ ਜੀ ਨੇ ਜਿਨ੍ਹਾਂ ਦੇ ਸਹਾਰੇ ਤੇ ਅਸੀਂ ਐ ਉੱਡਦੇ ਫਿਰ ਰਹੇ ਹਾਂ, ਕਿ ਕੋਈ ਐਡੀ ਵੱਡੀ ਕੋਈ ਗੱਲ ਹੈਗੀ ਵੀ ਹੈ ਘਰ ਚ ਤਾਂ ਇਟਸ ਓਕੇ, ਸਾਰਾ ਕੁਝ ਠੀਕ ਹੈ। ਔਰ ਕਦੇ ਇੱਕ ਸਟੈਪ ਤੋਂ ਦੂਜੇ ਤੱਕ ਸੋਚਿਆ ਵੀ ਨਹੀਂ। ਆਏ ਪਤਾ ਕਿ ਜੇ ਗੁਰੂ ਜੀ ਇੱਥੇ ਤੱਕ ਲੈ ਕੇ ਆਏ ਨੇ ਤਾਂ ਅੱਗੇ ਵੀ ਲੈ ਕੇ ਜਾਣਗੇ। ਨਾ ਇਹ ਚੀਜ਼ਾਂ ਹੁਣ ਤੱਕ ਨਾ ਸਾਡੇ ਸੋਚਿਆ ਹੋਈਆਂ ਨੇ, ਤੇ ਨਾ ਹੀ ਸਾਡੇ ਸੋਚਿਆਂ ਤੋਂ ਅੱਗੇ ਕੁਝ ਹੋਣਾ। He has decided it all। ਮੈਨੂੰ ਸਾਰੇ ਕਹਿੰਦੇ ਨੇ ਤੂੰ ਇੰਨਾ ਗੁਰੂ ਜੀ ਨੂੰ ਮੰਨਦੀ ਆ, ਤੇਰੇ ਬੱਚੇ ਦਾ ਇਹ ਕਿਉਂ ਨਹੀਂ ਬੋਲਣ ਲੱਗਦਾ। ਮੇਰੀ ਆਪਣੀ ਫੈਮਿਲੀ 'ਚ ਮੈਨੂੰ ਇਸ ਚੀਜ਼ਾਂ ਕਹੀਆਂ ਜਾਂਦੀਆਂ, not immediate but extended family 'ਚ, ਕਿ ਤੁਸੀਂ ਇੰਨਾ ਮੰਨਦੇ ਹੋ, ਤੁਹਾਡੇ ਨਾਲ ਕਿਉਂ ਨਹੀਂ ਆਏ ਹੁੰਦਾ। ਇਹ ਚੀਜ਼ਾਂ ਓਵਰ ਦ ਪੀਰੀਅਡ ਆਫ ਟਾਈਮ ਲਰਨਿੰਗ ਨੇ ਨਾ, ਕਿ ਗੁਰੂ ਜੀ ਨੇ ਹੀ ਇਹ ਸਿਖਾਈਆਂ ਨੇ ਕਿ ਜੋ ਮਿਲਿਆ ਹੈ ਤੇ ਜੋ ਨਹੀਂ ਮਿਲਿਆ, ਉਹਨਾਂ ਦੋਵਾਂ ਚੀਜ਼ਾਂ ਦੇ ਸ਼ੁਕਰਾਨੇ ਨੇ। ਔਰ ਮੈਂ ਤਾਂ ਇਹ ਸੋਚਦੀ ਹਾਂ ਕਿ ਮੈਨੂੰ ਰੂਹਾਨ ਦੇ ਰੂਪ ਚ ਪਤਾ ਨਹੀਂ ਗੁਰੂ ਜੀ ਨੇ ਮੈਨੂੰ ਕੀ ਦੇਤਾ ਐਡਾ ਵੱਡਾ ਪ੍ਰਸ਼ਾਦ, ਜੋ ਮੈਂ ਸ਼ਾਇਦ ਇਹਦੇ ਜੋਗੀ ਮੈਨੂੰ ਬਣਾ ਰਹੇ ਨੇ ਸ਼ਾਇਦ ਗੁਰੂ ਜੀ। ਰੂਹਾਨ ਦੇ ਘਰ ਚ ਆਉਣ ਨਾਲ, ਮੈਨੂੰ ਰੂਹਾਨ ਦੀ ਮਦਰ ਬਣਨ ਨਾਲ, ਆਈ ਹੈਵ ਬਿਕਮ ਅ ਬੈਟਰ ਡੈਂਟਿਸਟ, ਆਈ ਹੈਵ ਬਿਕਮ ਅ ਮੋਰ ਪੇਸ਼ੈਂਟ ਮਦਰ, ਜਿਹਨੂੰ ਕਿ ਲੋਕ ਮੈਂਟਰਸ਼ਿਪ ਲਈ ਆਈ ਐਮ ਬੀਇੰਗ ਅਪਰੋਚਡ। ਇਹ ਸਿਰਫ ਗੁਰੂ ਜੀ ਨੇ। ਇਹ ਹੋਰ ਕੋਈ ਵੀ ਤੁਹਾਨੂੰ ਇੰਨੀ ਸ਼ਕਤੀ ਔਰ ਇੰਨੀ ਹਿੰਮਤ, ਇੰਨੀ ਚੜ੍ਹਦੀ ਕਲਾ ਕੋਈ ਤੁਸੀਂ ਆਪਣੇ ਆਪ ਨੂੰ ਜਿੰਨੀਆਂ ਮਰਜ਼ੀ ਆਪਾਂ ਪੋਜ਼ਿਟਿਵ ਥਿੰਕਿੰਗ ਦੀਆਂ ਬੁੱਕਸ ਜਾਂ ਅੱਜ ਕੱਲ ਕਿੰਨੀਆਂ ਟਾਕਸ ਨੇ, ਕੋਈ ਚੀਜ਼ ਕੁਛ ਨਹੀਂ, ਨਥਿੰਗ ਮੈਟਰਸ ਜਦੋਂ ਤੱਕ ਉਹਨਾਂ ਦੀ ਮਿਹਰ ਦਾ ਵਿੱਚ ਰਸ ਨਹੀਂ ਨਾ ਪੈਂਦਾ, ਕੋਈ ਵੀ ਚੀਜ਼ ਕਿਤੇ ਸਿਰੇ ਨਹੀਂ ਚੜ ਸਕਦੀ। ਬਹੁਤ ਸ਼ੁਕਰਾਨਾ ਹੈ ਗੁਰੂ ਜੀ। ਮੇਰੇ ਕੋਲ ਨਾ ਇਹ ਚੀਜ਼ ਨੂੰ ਐਕਸਪਲੇਨ ਕਰਨ ਦੇ ਵੀ ਵਰਡਸ ਨਹੀਂ ਹੈਗੇ ਕਿ ਹਾਊ ਆਈ ਫੀਲ ਵਿਦ me being mother of a special child and still so happy। ਮੈਨੂੰ ਇਹ ਚੀਜ਼ ਮੈਂ ਕਿਸੇ ਨੂੰ ਐਕਸਪਲੇਨ ਹੀ ਨਹੀਂ ਕਰ ਸਕਦੀ। ਉਹੀ ਨਾ ਵੀ ਕਈ ਵਾਰੀ ਕਹਿੰਦੇ ਰੱਬ ਦਾ ਰਸਤਾ ਵੀ ਕਈ ਵਾਰੀ ਤੁਹਾਨੂੰ ਲੋਕਾਂ ਦੀਆਂ ਨਜ਼ਰਾਂ 'ਚ ਝੱਲੇ ਕਰ ਦਿੰਦਾ, ਪਰ ਕੋਈ ਫਰਕ ਨਹੀਂ ਪੈਂਦਾ। ਸੰਗਤ ਜੀ, ਜਿਹੜਾ ਗੁਰੂ ਜੀ ਦਾ ਆਫਿਸ ਦੀ ਤੁਹਾਨੂੰ ਦੱਸਾਂ ਵੀ ਸਕਸੈਸਫੁਲੀ ਰਨਿੰਗ ਪ੍ਰੈਕਟਿਸ, ਜਿੱਥੇ ਕਿ ਬੱਚੇ ਸਪੈਸ਼ਲ ਨੀਡਸ ਬੱਚੇ ਆਉਂਦੇ ਨੇ, ਤੇ I personally know 3 of them who have started talking in front of me. They had never spoken a word before. One of the kids, one of the patients, he came on the Down syndrome,
but non-verbal. Normally Down syndrome ਦੇ ਬੱਚੇ they are talking, but this one was non-verbal. ਉਹਦੀ mom ਲੈ ਕੇ ਆਈ, he was the last patient of the day, ਤੇ ਉਹਦੀਆਂ sisters they were in the waiting room. ਤੇ ਬੱਚਾ ਨਹੀਂ ਕੋਆਪਰੇਟ ਕਰ ਰਿਹਾ ਸੀ for x-rays and all. Normally the routine is ਕਿ ਜਿਹੜੀ ਤੁਹਾਡੀ ਅਸਿਸਟੈਂਟ ਹੈ she takes x-rays, ਉਸ ਤੋਂ ਬਾਅਦ ਡਾਕਟਰ ਜਾ ਕੇ ਤੁਸੀਂ ਐਗਜ਼ਾਮ ਕਰਦੇ ਹੋ। ਤੇ ਮੈਂ ਆਪਣੇ ਆਫਿਸ 'ਚ ਬੈਠੀ ਸੀਗੀ, ਓਬਵੀਅਸਲੀ ਗੁਰੂ ਜੀ ਦਾ ਸਰੂਪ ਬਹੁਤ ਵੱਡਾ ਮੇਰੇ ਆਫਿਸ 'ਚ ਲੱਗਿਆ ਹੋਇਆ, ਤੇ ਜਿਹੜੀਆਂ ਮੇਰੀਆਂ ਅਸਿਸਟੈਂਟਸ ਨੇ ਉਹਨਾਂ ਨੂੰ ਵੀ ਪਤਾ ਹੈ ਵੀ who is ਗੁਰੂ ਜੀ, ਐਂਡ ਗੁਰੂ ਜੀ ਦਾ ਹੀ ਆਫਿਸ ਹੈ। ਸੋ the child was not cooperative. ਤਾਂ ਉਹ ਵਿਚਾਰੀ ਫਰਸਟ੍ਰੇਟ ਜੀ ਹੋ ਕੇ ਮੇਰੇ ਕੋਲ ਆਈ, ਕਹਿੰਦੀ you both need to come. You both means ਕਿ me and ਗੁਰੂ ਜੀ। I don't know, ਉਹਨੂੰ ਵੀ ਸ਼ਾਇਦ ਗੁਰੂ ਜੀ ਨੇ ਹੀ ਕਹਾਇਆ ਹੋਵੇ ਉਦੋਂ। ਤੇ ਜਦ ਮੈਂ ਗਈ, ਮੈਂ ਉਹਨੂੰ ਸਿਰਫ, ਮੈਨੂੰ ਆਦਤ ਹੈ ਕਿ ਮੈਂ ਬਿਕਾਜ਼ ਰੂਹਾਨ ਤਾਂ ਮੈਂ I don't expect somebody to talk back to me. ਮੈਨੂੰ ਆਉਂਦਾ ਕਿ ਮੈਂ ਆਪਣੇ ਵੱਲੋਂ ਗੱਲ ਕਰ ਰਹੀ ਹਾਂ, ਉਹਨੂੰ ਸੁਣ ਰਹੀ ਹੈ, ਉਹਨੂੰ ਸਮਝ ਆ ਰਹੀ ਹੈ, ਬਿਕਾਜ਼ I am ਰੂਹਾਨ's mother. ਤਾਂ ਮੈਂ ਕਾਰਲੋਸ ਨਾਲ ਵੀ ਉਵੇਂ ਗੱਲ ਕੀਤੀ ਕਿ ਕਾਰਲੋਸ you do not want to take x-rays. ਸੰਗਤ ਜੀ, to even my surprise, ਮੈਂ ਤਾਂ ਜਿੱਥੇ ਕਿੰਨਾ ਸਰਪ੍ਰਾਈਜ਼ ਹੋਣਾ ਸੀ, ਉਹਦੀ ਮਦਰ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ। The child replied to me, or in one, not just one word, he said, no doctor, I don't want to. ਬਈ ਉਹ ਮੌਮ ਇੰਨਾ ਰੋਈ, ਇੰਨਾ ਉਹਨੂੰ ਖੜੀ ਆਏ, ਉਹ ਆਏ ਹੋ ਗਈ ਕਿ these words came out of his mouth. ਉਹਦੀਆਂ ਸਿਸਟਰਸ ਬਾਹਰ ਵੇਟਿੰਗ ਰੂਮ, ਮੈਂ ਜਿਵੇਂ ਕਿਹਾ ਵੀ ਲਾਸਟ ਪੇਸ਼ੈਂਟ ਸੀਗਾ ਦਿਨ ਦਾ, ਤਾਂ ਉੱਥੇ ਹੋਰ ਕੋਈ ਵੀ ਨਹੀਂ ਸੀ। ਦੇ ਕੇਮ ਰਨਿੰਗ ਕਿ ਕਾਰਲੋਸ ਸਪੋਕ। ਇਹ ਜੇ ਮੇਰੇ 'ਚ ਹਿੰਮਤ ਹੋਵੇ ਨਾ, ਮੈਂ ਰੂਹਾਨ ਨੂੰ ਬੋਲਣ ਲਾ ਦਵਾਂ। ਇਟ ਇਜ਼ ਨਾਟ ਮੀ, ਇਟ ਇਜ਼ ਗੁਰੂ ਜੀ's blessings that were showered on that child, that he started talking after that. There was another child, ਬਹੁਤ ਛੋਟਾ, 2 ਸਾਲ ਦਾ ਸੀਗਾ, ਉਹ ਵੀ non-verbal on autism spectrum. ਤੇ ਉਹਦਾ ਮੈਂ ਸਿਰਫ ਡੈਂਟਲ ਸਰਜਰੀ ਕੀਤੀ, ਉਹਦੇ ਬਹੁਤ ਜ਼ਿਆਦਾ ਡੀਪ ਕੈਵਿਟੀ ਸੀਗੀਆਂ, ਤੇ ਉਹਦਾ ਸੈਡੇਸ਼ਨ ਕਰਕੇ ਉਹਦਾ ਟ੍ਰੀਟਮੈਂਟ ਹੋਇਆ। ਉਸ ਤੋਂ ਬਾਅਦ ਉਹ ਬੱਚਾ 2-3 ਮਹੀਨੇ ਬਾਅਦ ਉਹਦੀ ਮਦਰ ਸਪੈਸ਼ਲੀ ਅਪਾਇੰਟਮੈਂਟ ਬਣਾ ਕੇ ਆਈ, ਜਸਟ ਟੂ ਟੈਲ ਮੀ ਕਿ ਕ੍ਰਿਸਚਨ ਹੈ ਉਹ ਬੱਚੇ ਦਾ ਨਾਮ, ਕਿ ਕ੍ਰਿਸਚਨ ਹੈਜ਼ ਸਟਾਰਟਡ ਟਾਕਿੰਗ ਆਫਟਰ ਦ ਸਰਜਰੀ। ਔਰ ਹੁਣ ਉਹ ongoing ਉਹਦਾ ਚੱਲ ਰਿਹਾ ਹੈ ਬੱਚੇ ਦਾ। ਉਹ he is learning different languages and he has learned Hindi, so he can talk to me in Hindi. ਸੰਗਤ ਜੀ, ਇਹ ਜਿਹੜੀਆਂ ਕੰਪਨਸੇਸ਼ਨਸ ਗੁਰੂ ਜੀ ਇਹਨਾਂ ਫਾਰਮਸ ਦਿੰਦੇ ਨੇ, ਇਹਨਾਂ ਦੇ ਕੋਈ ਵਰਡਸ ਨਹੀਂ ਹੈਗੇ, ਔਰ ਇਹਨਾਂ ਦੇ ਤੁਸੀਂ ਕੋਈ ਇਹ ਨਹੀਂ ਕਹਿ ਸਕਦੇ ਮੈਂ ਬੜੀ ਵੱਡੀ ਡਾਕਟਰ ਹਾਂ ਤਾਂ ਮੈਨੂੰ ਨੋ, ਇਟ ਇਜ਼ ਇਹ ਕਿਵੇਂ ਇਹਨਾਂ ਚੀਜ਼ਾਂ ਦੀ ਕੋਈ ਐਕਸਪਲੇਨੇਸ਼ਨ ਨਹੀਂ, ਇਹਨਾਂ ਵਰਡਸ ਦੀਆਂ ਕੋਈ, ਇਹਨਾਂ ਐਕਸਪੀਰੀਐਂਸਿਸ ਦੇ ਕੋਈ I am wordless, I am speechless in this matter. ਕਿ ਮੈਂ ਕਿਵੇਂ ਦੱਸਾਂ ਕਿ ਮੈਨੂੰ ਕਿੰਨੀ ਖੁਸ਼ੀ ਮਿਲਦੀ ਹੈ, ਕਿੰਨੀ ਮੈਂ ਭਰ ਜਾਂਦੀ ਹਾਂ ਇਸ ਚੀਜ਼ ਨਾਲ ਕਿ ਸ਼ੁਕਰਾਨਾ ਗੁਰੂ ਜੀ। ਬਸ ਇੱਕ ਆਹੀ ਵਰਡ ਫਿਰ ਐਂਡ 'ਚ ਰਹਿ ਜਾਂਦਾ। ਔਰ ਇਹ ਡੇ ਟੂ ਡੇ ਹਰ ਰੋਜ਼ ਹੁੰਦੀਆਂ ਨੇ। ਬੱਚੇ ਜਿਹੜੇ ਆਟਿਸਟਿਕ ਬੱਚੇ ਜਿਹੜੇ ਕਿ ਔਨ ਸਾਰ ਸਿਰਫ ਦੇ ਆਰ ਪੁਟਿੰਗ देयर ਫੇਸਿਸ ਅਗੇਂਸਟ ਦ ਵਾਲ ਕਿ ਵੀ ਅਸੀਂ ਇੱਥੇ ਬੈਠਣਾ ਨਹੀਂ, ਨਿਊ ਸਾਈਟ ਸਾਊਂਡਸ ਕੁਛ, ਦੇ ਆਰ ਕਮਿੰਗ ਐਂਡ ਜਸਟ ਜਿਵੇਂ ਕੋਈ ਗੱਲ ਹੀ ਨਹੀਂ, ਚੇਅਰਸ ਤੇ ਆ ਕੇ ਦੇ ਆਰ ਕੋਆਪਰੇਟਿੰਗ ਲਾਈਕ normal kids. ਕਿ normal ਤਾਂ ਮੈਂ ਕਹਿੰਦੀ ਨਹੀਂ, these kids are just different. ਇੰਨੀ ਬਲੈਸਿੰਗ ਸਿਰਫ ਇੱਕ ਗੁਰੂ ਜੀ ਦੇ ਡਾਕਟਰ ਸਾਹਿਬ ਕਹਿਣ ਨਾਲ ਕਿੰਨੀ ਦੁਨੀਆ ਦੇ ਉਹਨਾਂ ਨੇ ਇਲਾਜ ਮੇਰੇ ਥਰੂ ਮੈਨੂੰ ਇੰਨੇ ਜੋਗੇ ਕਰਤਾ। ਪਰ ਸੰਗਤ ਜੀ, ਗੁਰੂ ਜੀ ਤੋਂ ਇੱਕ ਗੱਲ ਜੋ ਮੈਂ ਹੁਣ ਤੱਕ ਸਭ ਤੋਂ ਜ਼ਿਆਦਾ ਪ੍ਰੋਫਾਊਂਡਲੀ ਸਿੱਖੀ ਹੈ ਕਿ ਬਾਣੀ ਨਾਲ ਜੁੜੋ। ਬਾਣੀ ਨਾਲ ਗੁਰੂ ਜੀ ਨੂੰ ਸਵੇਰੇ ਸ਼ਾਮ ਸ਼ੁਕਰਾਨਾ ਕਰੋ, ਪਾਠ ਕਰੋ। It makes you stronger from inside. ਗੁਰੂ ਜੀ ਦੀ ਤਾਂ ਮਿਹਰ ਬਾਣੀ ਦੇ ਥਰੂ ਹੀ ਹੈ। ਮੈਨੂੰ ਗੁਰੂ ਜੀ ਨੇ ਖੁਦ ਕਿਹਾ ਸੀਗਾ ਕਿ ਪਹਿਲੀ ਪੌੜੀ ਦਾ ਪਾਠ ਕਰਿਆ ਕਰ। ਮੇਰੇ ਮਾਮਾ ਨੂੰ ਕਿਹਾ ਸੀ ਥਿਰ ਕਰ ਬੈਸੋ, ਅਰਜਨ ਪਿਆਰੇ, ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਉਹਦਾ ਪਾਠ ਕਰਿਆ ਕਰ। ਮੇਰੇ ਬ੍ਰਦਰ ਨੂੰ ਕਿਹਾ ਸੀ ਚੌਪਈ ਸਾਹਿਬ ਦਾ ਪਾਠ ਕਰਿਆ ਕਰ।
ਸੋ ਇਹ ਚੀਜ਼ਾਂ ਹੀ ਨਹੀਂ ਸੀਗਾ ਕਿ ਉਹ ਗੁਰੂ ਜੀ ਦੇ ਕੋਈ ਨਾਮ ਦਿੱਤੇ ਹੋਏ ਸੀ ਜਾਂ ਕੁਛ ਨਹੀਂ, ਸਿਰਫ ਤਰੀਕੇ ਸੀ ਉਹਨਾਂ ਦੇ ਆਪਾਂ ਨੂੰ ਬਾਣੀ ਨਾਲ ਜੋੜਨ ਦੇ। ਇਹ ਬਾਣੀ ਜਿਹਦੇ ਸ਼ਬਦ ਵੱਜਦੇ ਨੇ ਆਪਣੇ ਸਤਸੰਗ ਵਿੱਚ, ਇਹ ਗੁਰੂ ਜੀ ਦਾ ਕੋਈ ਮਤਲਬ ਸੀ, ਉਹਨੂੰ ਕੋਈ ਇੰਪੋਰਟੈਂਸ ਦੇ ਰਹੇ ਸੀ ਤਾਂ ਹੀ ਸੀ ਨਾ ਉਹ। ਸੋ ਆਪਾਂ ਨੂੰ ਵੀ ਨਾਟ ਜਸਟ ਇਨ ਦਾ ਸਤਸੰਗ, ਆਪਾਂ ਨੂੰ ਵੈਸੇ ਬਾਣੀ ਨਾਲ ਜੁੜ ਕੇ ਰਹਿਣਾ ਚਾਹੀਦਾ, ਇਨ ਐਨੀ ਫਾਰਮ। ਦਿਸ ਇਜ਼, ਮੈਨੂੰ ਤਾਂ ਇਸੀ ਚੀਜ਼ ਨੇ ਸਭ ਤੋਂ ਜ਼ਿਆਦਾ ਸਹਾਰਾ, ਸਟਰੈਂਥ ਇੱਥੋਂ ਹੀ ਮਿਲਿਆ। ਹੁਣ ਗੁਰੂ ਜੀ ਦੀ ਮਿਹਰ ਨਾਲ ਹਰ ਪਿਛਲੇ 2-2.5 ਸਾਲ ਤੋਂ ਰੈਗੂਲਰ ਸਤਸੰਗ ਘਰੇ ਵੀ ਹੁੰਦਾ ਤੇ ਆਫਿਸ 'ਚ ਵੀ ਹੁੰਦਾ। ਜਦੋਂ ਗੁਰੂ ਜੀ ਦਾ ਪਹਿਲਾ ਸਤਸੰਗ ਘਰੇ ਹੋਇਆ, ਮੈਨੂੰ ਨਹੀਂ ਸਮਝ ਸੀਗੀ ਉਦੋਂ ਵੀ ਗੁਰੂ ਜੀ ਦਾ ਅੰਮ੍ਰਿਤ ਵੀ ਆਉਂਦਾ ਤੇ ਸਾਰਾ ਸਰੂਪ ਗੁਰੂ ਜੀ ਦਾ ਸਾਫ਼ ਕਰਕੇ, ਸਫਾਈ ਕਿੰਨੀ ਪਸੰਦ ਸੀ ਗੁਰੂ ਜੀ ਨੂੰ। ਹਰ ਚੀਜ਼ ਪਿਕ ਐਂਡ ਸਪੈਨ, ਆਪਾਂ ਗੁਰੂ ਜੀ ਦਾ ਸਰੂਪ ਵੀ ਮੈਂ ਚੰਗੀ ਤਰ੍ਹਾਂ ਸਾਫ਼ ਕੀਤਾ। ਉਸ ਤੋਂ ਬਾਅਦ ਦਰਬਾਰ ਸਜਿਆ ਗੁਰੂ ਜੀ ਦਾ, ਤੇ ਜਦੋਂ ਸੰਗਤ 'ਚ ਬੈਠੇ ਤੇ ਨਾ ਇੱਕ ਮੈਂ ਤੁਹਾਨੂੰ ਜੋ ਮੇਰੇ ਥਾਟ ਸੀ ਮੈਂ ਉਵੇਂ ਦੱਸਦੀ ਹਾਂ ਕਿ ਵੀ ਕੀ ਪਾਣੀ ਜਾਂ ਨਿਕਲੀ ਜਾ ਰਿਹਾ, ਮੈਂ ਸਾਫ਼ ਨਹੀਂ ਕੀਤਾ ਇਹ ਗੁਰੂ ਜੀ ਦੇ ਸਰੂਪ ਚੋਂ ਕੀ ਕੁਛ ਡੁੱਲੀ ਜਾ ਰਿਹਾ ਇਹ। ਤੇ ਮੈਂ ਕਿਹਾ ਸੌਰੀ ਗੁਰੂ ਜੀ, ਮੈਂ ਤਾਂ ਮੈਨੂੰ ਲੱਗਦਾ ਮੈਂ ਅੱਛੀ ਤਰ੍ਹਾਂ ਸਾਫ਼ ਕੀਤਾ ਸੀ। ਉਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ, ਕਿਉਂਕਿ ਬਾਕੀ ਸੰਗਤ ਕਿਸੇ ਨੂੰ ਹੋਣਾ ਆਈਡੀਆ, ਕਹਿੰਦੇ ਜੀ ਅੰਮ੍ਰਿਤ ਬਰਸ ਰਿਹਾ। ਗੁਰੂ ਜੀ ਇੰਨੇ ਮੈਂ ਪਾਗਲ ਹਾਂ ਕਿ ਮੈਨੂੰ ਪਤਾ ਵੀ ਨਹੀਂ ਚੱਲਦਾ ਕਿ ਗੁਰੂ ਜੀ ਕੀ ਕੁਛ ਮਿਹਰ ਕਰ ਰਹੇ ਨੇ। ਉਹ ਜਦੋਂ ਪਤਾ ਚੱਲਦਾ ਫਿਰ ਬੜੀ ਖੁਸ਼ੀ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਹੈ। ਫਿਰ ਬਾਕੀ ਸੰਗਤ ਜੀ ਕਿਤੇ ਘੁੰਮਣ ਫਿਰਨ ਜਾਓ, ਕਿਤੇ ਜਾਓ, ਕੋਈ ਤੁਹਾਨੂੰ ਬਿਨਾਂ ਮਤਲਬ ਤੋਂ ਅਪਗ੍ਰੇਡਸ ਮਿਲ ਜਾਂਦੇ ਨੇ, ਕੋਈ ਰੈਂਡਮ ਸਟ੍ਰੇਂਜਰਸ ਤੁਹਾਨੂੰ ਕੁਛ ਗੱਲਾਂ ਕਹਿ ਜਾਂਦੇ ਨੇ, ਤੁਹਾਨੂੰ ਹਮੇਸ਼ਾ ਇਹੀ ਫੀਲ ਹੁੰਦਾ ਹੈ ਕਿ ਗੁਰੂ ਮਹਾਰਾਜ ਤੁਹਾਡੇ ਨਾਲ। ਅੱਜ ਤਾਂ ਉਹਨਾਂ ਦਾ ਬਹੁਤ ਹੀ ਸਪੈਸ਼ਲ ਦਿਨ ਹੈ, ਬਹੁਤ ਹੀ ਸਪੈਸ਼ਲ ਉਹਨਾਂ ਦੀ ਮਹੀਨਾ। ਮੈਂ ਤਾਂ ਇਹ ਕਹੂੰਗੀ ਕਿ ਸੰਗਤ ਜੀ ਜਿੰਨਾ ਹੋ ਸਕੇ ਇਹਨਾਂ ਨਾਲ ਆਪਾਂ ਜੁੜ ਕੇ ਰਹੀਏ। ਗੁਰੂ ਜੀ ਨੂੰ ਤਾਂ ਸਿੰਪਲਿਸਿਟੀ ਸਭ ਤੋਂ ਜ਼ਿਆਦਾ ਪਸੰਦ ਸੀ। ਮੂਰਖ ਕੇ ਹਮਦਾਸ, ਗੁਰੂ ਜੀ ਇਹ ਗੱਲ ਕਹਿੰਦੇ ਹੁੰਦੇ ਸੀ। ਸੋ ਆਪਣੇ ਸਿੰਪਲਿਸਿਟੀ ਨੋਟ ਜਸਟ ਇਨ ਯੋਰ ਸਿਰਫ ਤੁਹਾਡੇ ਖਾਣ ਪੀਣ ਰਹਿਣ ਸਹਿਣ ਸਿੰਪਲਿਸਿਟੀ ਨਹੀਂ, ਸਿੰਪਲਿਸਿਟੀ ਇਨ ਯੋਰ ਥਾਟਸ ਆਲਸੋ। ਥਿੰਕ ਆਲਵੇਜ਼, ਮੈਂ ਤਾਂ ਇਹ ਕੋਸ਼ਿਸ਼ ਕਰਦੀ ਹਾਂ ਆਲਵੇਜ਼ ਥਿੰਕ ਲਾਈਕ ਅ ਚਾਈਲਡ। ਇੱਕ ਬੱਚਾ ਇਸ ਸਿਚੁਏਸ਼ਨ 'ਚ ਕੀ ਕਰੇ। ਇੰਨੇ ਕੁ ਨਿਮਾਣੇ ਔਰ ਇੰਨੇ ਕੁ ਸਿੰਪਲ ਹੋਵਾਂਗੇ ਤਾਂ ਸ਼ਾਇਦ ਗੁਰੂ ਨੂੰ ਪਾ ਜਾਵਾਂਗੇ। This is what I have learned. ਬਾਕੀ ਇੱਕ ਗੱਲ ਮੈਂ ਜ਼ਰੂਰ ਕਹੂੰਗੀ ਕਿ ਆਪਣੇ ਸਤਸੰਗ ਜਦੋਂ ਆਪਾਂ ਕਰਦੇ ਹਾਂ, ਭਾਵੇਂ ਘੰਟੇ ਦਾ 2 ਘੰਟੇ ਦਾ, ਗੁਰੂ ਜੀ ਦੀ ਬਾਣੀ ਬਿਲਕੁਲ ਸ਼ਬਦ ਕੀਰਤਨ ਲੱਗਣੇ ਚਾਹੀਦੇ ਨੇ ਤੇ ਭਜਨ ਜ਼ਰੂਰ ਚਲਾਓ। ਉਹ ਕਿਉਂਕਿ ਜਿਨ੍ਹਾਂ ਨੇ ਗਾਏ ਨੇ ਉਹ ਉਹਨਾਂ ਦੀਆਂ ਫੀਲਿੰਗਸ ਨੇ ਔਰ ਉਹ ਬਹੁਤ ਸੋਹਣੀਆਂ ਫੀਲਿੰਗਸ ਨੇ, ਬਟ ਨਾਟ ਡਿਊਰਿੰਗ ਦਾ ਸਤਸੰਗ। ਜੇ ਗੁਰੂ ਜੀ ਟੇਪ ਲਵਾਉਂਦੇ ਸੀ ਸਤਸੰਗ ਦੀ ਤਾਂ ਟੇਪ ਹੀ ਲੱਗਣੀ ਚਾਹੀਦੀ। ਦਿਸ ਇਜ਼, ਕਹਿੰਦੇ ਗੁਰੂ ਵਾਲੇ ਬਣਨਾ ਤਾਂ ਗੁਰੂ ਕੀ ਬਾਤ ਮਾਨੋ। ਗੱਲਾਂ ਹੀ ਨਹੀਂ ਮੰਨਾਂਗੇ ਤਾਂ ਫਿਰ ਅੱਗੇ ਕਿਵੇਂ, ਪਹਿਲੇ ਸਟੈਪ ਹੀ ਗਲਤ ਲੈ ਲਾਂਗੇ, ਫਿਰ ਅੱਗੇ ਕਿਵੇਂ ਪੌੜੀਆਂ ਚੜਾਂਗੇ। ਜ਼ਿੰਦਗੀ ਹਜੇ ਬੜੇ ਉਤਰਾਅ ਚੜਾਅ ਨੇ, ਕਿੰਨੇ ਜਨਮਾਂ ਦੇ ਉਤਰਾਅ ਚੜਾਅ ਨੇ। ਮਹਾਰਾਜ ਬਖਸ਼ ਲੈਣ, ਕੋਈ ਗਲਤੀ ਹੋਵੇ ਸਾਨੂੰ ਮਾਫ ਕਰ ਦੇਣ, ਇੰਨਾ ਹੀ ਕਹਿ ਸਕਦੀ ਹਾਂ। ਬਾਕੀ ਸਾਰੀ ਸੰਗਤ ਨੂੰ ਇੰਨੇ ਸੋਹਣੇ ਦਿਨ ਦੀਆਂ, ਗੁਰੂ ਜੀ ਦੇ ਬਰਥਡੇ ਦੀਆਂ ਬਹੁਤ 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 ਵਧਾਈਆਂ। ਗੁਰੂ ਜੀ ਆਪਣੇ ਜੋਗੇ ਬਣਾ ਕੇ ਰੱਖਿਓ ਬਸ। ਜੈ ਗੁਰੂ ਜੀ। ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ।